ये कहना एकदम बड़ा अजीब लगा कि सुनना ये पढ़ना कि दुख है जिहड़ा तुहानूं गम है उदासी है जिहड़ी उदासी तुहानूं मार सकदी तुहाडी जान लै सकदी ਉਹ ਮੈਨੂੰ ਸ਼ੋਅ ਕਰ ਰਹੀ ਹੈ ਮੇਰੀ ਬੋਡੀ ਇਮੋਸ਼ਨ ਤੇ ਫਿਜ਼ੀਕਲੀ ਵੇ ਨਾਲ ਮੇਰੀ ਬੋਡੀ ਮੈਨੂੰ ਸ਼ੋਅ ਕਰ ਰਹੀ ਹੈ ਕਿ ਤੂੰ ਨਹੀਂ ਠੀਕ ਯੂ ਨੀਡ ਹੈਲਪ ਅਸੀਂ ਫਿਰ ਕਹਿੰਦੇ ਕੋਈ ਨਾ ਮੈਂ ਟਾਲਨੋਲ ਖਾ ਲੂੰਗੀ ਇੱਕ ਸੌਂ ਜੂੰਗੀ ਰਾਤ ਇਵੈਂਚੁਅਲੀ ਵਿਦਨ 6 ਮੰਥਸ 1 ਮੰਥ ਸਾਡੀ ਬੋਡੀ ਫਿਜ਼ੀਕਲ ਬੋਡੀ ਹੈ ਜਿਹੜੀ ਉਹਨੇ ਇਹ ਚੀਜ਼ ਸ਼ੋਅ ਕਰਨੀ ਸ਼ੁਰੂ ਕਰ ਦੇਣੀ ਮੇਬੀ ਅ ਹਾਰਟ ਪ੍ਰੋਬਲਮ ਮੇਬੀ ਅ ਕਿਡਨੀ ਪ੍ਰੋਬਲਮ ਮੇਬੀ ਹਾਰਟ ਪੈਲਪੀਟੇਸ਼ਨ ਇੰਨੀ ਜ਼ਿਆਦਾ ਹੋਣ ਲੱਗ ਗਈ ਕਿ ਰੋਟੀ ਖਾਂਦੇ ਸਾਰ ਸਟਮਕ 'ਚ ਮੇਰੇ 'ਚ ਬਟਰਫਲਾਈਜ਼ ਆਉਣ ਲੱਗ ਜਾਂਦੀਆਂ ਨੇ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਹੋ ਕੀ ਰਿਹਾ ਜੇ ਉਹਨਾਂ ਨੂੰ ਪੁੱਛੋ ਤਾਂ ਮੇਰਾ ਖਿਆਲ ਕਈ ਲੋਕ ਸਿਰਫ ਉਹਨਾਂ ਨੂੰ ਇੱਕੋ ਹੀ ਪਤਾ ਹੁੰਦਾ ਕਿ ਮਨ ਜਿਹਾ ਚੁੱਕਿਆ ਹੋਇਆ there are few clients ਜਿਹੜੇ ਤੁਸੀਂ ਕਹਿ ਲਓ ਕਿ 50 minutes they just want to cry ਸਾਰੀ ਪੈਸੇ ਦੇ ਕੇ ਰੋ ਰਹੇ ਹਾਂ ਅਸੀਂ ਜਿਹੜਾ ਇਹ ਮਨ ਚੱਕਿਆ ਹੋਇਆ ਨਾ ਇਹ ਵੀ ਇੱਕ ਟਰਮ ਹੈ ਮੈਡੀਕਲ ਸਾਇੰਸ ਦੀ ਜਿਹਨੂੰ ਕਹਿੰਦੇ ਨੇ ਬ੍ਰੋਕਨ ਹਾਰਟ ਸਿੰਡਰੋਮ ਕਿ ਫॉर ਸਰਟਨ ਟਾਈਮ ਸਾਡੇ ਹਾਰਟ ਦਾ ਇੱਕ ਹਿੱਸਾ ਹੁੰਦਾ ਉਹ ਟੈਂਪਰੇਰੀਲੀ ਨਾ ਬਹੁਤ ਵੀਕ ਹੋ ਜਾਂਦਾ ਔਰ ਉਹ ਐ ਲੱਗਣ ਲੱਗ ਜਾਂਦਾ ਕਿਉਂਕਿ ਇਹਦੇ ਸਿੰਪਟਮ ਸੇਮ ਨੇ ਲਾਈਕ ਅ ਹਾਰਟ ਅਟੈਕ ਸੋ ਦੈਟਸ ਵਾਈ ਵੀ ਸੇ ਕਿ ਮਾਈਂਡ ਐਂਡ ਬੋਡੀ ਕਨੈਕਸ਼ਨ ਇਜ਼ ਵੈਰੀ ਇੰਪੋਰਟੈਂਟ ਦੇਰ ਆਰ ਸੋ ਮੈਨੀ ਪੀਪਲ ਇਨ ਬਿਟਵੀਨ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੇ ਕਹਿੰਦੇ ਨੇ ਇਟਸ ਓਕੇ ਤੋਂ ਬਾਅਦ ਚੱਲ ਪੈਂਦੇ ਕਿ ਚੱਲ ਕੋਈ ਨਾ ਦੇਰ ਆਰ ਸੋ ਮੈਨੀ ਜਿਹੜੇ ਇਟਸ ਓਕੇ ਤੇ ਹੀ ਰਹਿ ਜਾਂਦੇ ਨੇ ਪਾਰਟਨਰ ਜਿਉਂਦੇ ਆ ਠੀਕ ਹੈ ਜੀ ਰਿਲੇਸ਼ਨਸ਼ਿਪ ਦੀ ਡੈਥ ਹੋ ਗਈ ਫਿਰ ਬਹੁਤ ਸੋਹਣਾ ਕੁਐਸਚਨ ਤੁਸੀਂ ਪੁੱਛਿਆ ਜੀ ਕਿ ਰਿਲੇਸ਼ਨਸ਼ਿਪ ਦੀ ਹੀ ਡੈਥ ਹੋ ਗਈ ਸਭ ਤੋਂ ਬੜੀ ਸੈਡਨੈਸ ਉੱਥੇ ਸਟਾਰਟ ਹੁੰਦੀ ਹੈ ਅਸੀਂ ਤਾਂ ਬਹੁਤ ਖੁਸ਼ ਹਾਂ ਜੀ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਆ ਐਵਰੀਥਿੰਗਸ ਗੁੱਡ ਪਰ ਉਹ ਮਾਸਕ ਹੌਲੀ ਸੈਡਨੈਸ ਦੇ ਰੂਪ 'ਚ ਐਜ਼ ਵੀ ਸੈਡ ਕਿ ਸਾਨੂੰ ਕਿਲ ਕਰਦਾ ਮਾਸਕ ਲੈਣਾ ਸ਼ੁਰੂ ਹੋ ਜਾਂਦਾ ਉਹ ਇਸ ਪੁਆਇੰਟ ਤੱਕ ਲੈ ਜਾਂਦਾ ਕਿ ਹੁਣ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਨੂੰ ਹਾਰਟ ਦੀ ਪ੍ਰੋਬਲਮ ਵੀ ਹੋ ਗਈ ਹੈ ਮੈਨੂੰ ਕੋਲੇਸਟ੍ਰੋਲ ਵੀ ਹੋ ਗਿਆ ਹੈ ਮੇਰੀ ਕਿਡਨੀਜ਼ ਵੀ ਖਰਾਬ ਨੇ ਮੇਰੇ ਸ਼ੋਲਡਰਸ ਆਲਵੇਜ਼ ਦੁਖਦੇ ਰਹਿੰਦੇ ਨੇ ਔਰ ਮੇਰੇ ਟੈਸਟਾਂ 'ਚ ਕੁਝ ਵੀ ਨਹੀਂ ਆਇਆ ਪਰ ਇੱਕ ਵਾਰੀ ਤੁਹਾਨੂੰ ਇਹ ਉਦਾਸੀ ਦਾ ਆਲਮ ਜਕੜ ਲਵੇ ਜਿਹੜਾ ਤੁਸੀਂ ਡਿਸਆਰਡਰ ਕਰਦੇ ਹੋ ਗਰੀਫ ਦਾ ਫਿਰ ਕਹਿੰਦੇ ਤੁਹਾਨੂੰ ਆਦਤ ਪੈ ਜਾਂਦੀ ਹੈ ਦੁੱਖ ਹੈ ਤੁਹਾਨੂੰ ਗਮ ਹੈ ਜਿਹੜਾ ਉਦਾਸੀ ਦਾ ਆਲਮ ਹੈ ਉਹ ਤੁਹਾਡੀ ਜਾਨ ਲੈ ਸਕਦਾ ਹੈ ਕਿਸ ਤਰੀਕੇ ਨਾਲ ਜਾਨਲੇਵਾ ਸਾਬਤ ਹੋ ਸਕਦੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਮੇਰਾ ਮਨ ਨਹੀਂ ਲੱਗਦਾ ਜਾਂ ਮੇਰਾ ਮਨ ਉਦਾਸ ਹੈ ਕਈ ਕਿਸਮ ਦੇ ਤਰੀਕੇ ਨਾਲ ਇਸ ਨੂੰ ਐਕਸਪ੍ਰੈਸ ਕੀਤਾ ਜਾਂਦਾ ਪਰ ਬੇਸਿਕਲੀ ਇਹ ਸੈਡਨੈਸ ਅਤੇ ਉਦਾਸੀ ਜਿਹੜੀ ਹੈ ਮਨ ਦੀ ਉਹ ਬਹੁਤ ਘਾਤਕ ਸਾਬਤ ਹੋ ਸਕਦੀ ਹੈ ਇੱਥੋਂ ਤੱਕ ਕਿ ਤੁਹਾਡੇ ਜਾਨ ਲੈ ਸਕਦੀ ਹੈ ਹੁਣ ਨਵੀਂ ਜਿਹੜੀ ਇੱਕ ਰਿਸਰਚ ਆਈ ਹੈ ਉਸ ਦੇ ਸੰਬੰਧ ਦੇ ਵਿੱਚ ਤਨੂੰ ਸ਼ਰਮਾ ਜੀ ਸਾਡੇ ਨਾਲ ਅੱਜ ਗੱਲਬਾਤ ਕਰਨਗੇ ਜਿਹੜੇ ਕਿ ਮਨੋਵਿਗਿਆਨਕ ਕਾਉਂਸਲਰ ਨੇ ਅਤੇ ਉਹਨਾਂ ਨੇ ਸਪੈਸ਼ਲੀ ਇਸ ਦੇ ਕੋਰਸਿਸ ਕੀਤੇ ਹੋਏ ਨੇ ਐਕਚੁਅਲੀ ਤਾਂ ਜਿਹੜਾ ਮੈਂਟਲ ਵੈਲਨੈਸ ਆ ਇਸ 'ਤੇ ਉਹ ਐਕਸਪਰਟ ਨੇ ਅੱਜ ਕੱਲ੍ਹ ਮੈਂਟਲ ਵੈਲਨੈਸ ਦੀ ਬਹੁਤ ਗੱਲ ਚੱਲ ਰਹੀ ਹੈ ਸੋ ਇੰਡੀਵਿਜੂਅਲ ਕਾਉਂਸਲਿੰਗ ਵੀ ਕਰਦੇ ਨੇ ਵਾਕ ਐਂਡ ਟਾਕ ਦੇ ਮਾਸਟਰ ਹਨ ਇਹ ਜ਼ਰੂਰੀ ਨਹੀਂ ਕਿ ਤੁਸੀਂ ਕਮਰਾ ਬੰਦ ਕਰਕੇ ਅਤੇ ਕੁਰਸੀ ਮੇਜ਼ 'ਤੇ ਬੈਠ ਕੇ ਹੀ ਕਿਸੇ ਦੀ ਗੱਲ ਸੁਣਨੀ ਆ ਨਾਲੇ ਉਹਦੇ ਨਾਲ ਟਹਿਲਣ ਚਲੇ ਜਾਂਦੇ ਆ ਅਤੇ ਨਾਲੇ ਉਹਨਾਂ ਦੀ ਗੱਲ ਸੁਣਦੇ ਰਹਿੰਦੇ ਆ ਅਤੇ ਉਹਨਾਂ ਨੂੰ ਦੱਸਦੇ ਰਹਿੰਦੇ ਆ ਕਾਉਂਸਲਿੰਗ ਕਰਨ ਦੇ ਕਈ ਤਰੀਕੇ ਨੇ ਤਨੂੰ ਸ਼ਰਮਾ ਜੀ ਕੋਲ ਤਨੂੰ ਸ਼ਰਮਾ ਜੀ ਸਾਡੇ ਸਟੂਡੀਓਜ਼ ਦੇ ਵਿੱਚ ਅੱਜ ਆਏ ਹੋਏ ਨੇ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਸਾਡੇ ਗੈਸਟ ਆਫ ਆਨਰ ਹਨ ਤਨੂੰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਥੈਂਕ ਯੂ ਤਿੰਨ ਸਾਹਿਬ ਥੈਂਕ ਯੂ ਫॉर ਇਨਵਾਈਟਿੰਗ ਮੀ ਟੁਡੇ ਥੈਂਕ ਯੂ ਜਿਹੜੀ ਉਦਾਸੀ ਹੈ ਤਨੂੰ ਜੀ ਇਹਦੇ ਬਾਰੇ 'ਚ ਜਿਹੜੀਆਂ ਰਿਪੋਰਟਸ ਛਪੀਆਂ ਨੇ ਬੜੀਆਂ ਚਿੰਤਾ ਵਾਲੀਆਂ ਨੇ ਬਹੁਤ ਲੋਕ ਨੇ ਜਿਹੜੇ ਉਦਾਸ ਰਹਿ ਰਹੇ ਨੇ ਜਿਹੜੇ ਗਮ ਦੇ ਵਿੱਚ ਨੇ ਕਿਸੇ ਨੂੰ ਕੋਈ ਦੁੱਖ ਆ ਕਿਸੇ ਨੂੰ ਕੋਈ ਦੁੱਖ ਆ ਕਿਸੇ ਨੂੰ ਡਰਾਮਾ ਤੁਸੀਂ ਤਾਂ ਹਰ ਰੋਜ਼ ਇਸ ਨਾਲ ਡੀਲ ਕਰਦੇ ਹੋ ਇਹ ਕਹਿਣਾ ਇੱਕਦਮ ਬੜਾ ਅਜੀਬ ਲੱਗਾ ਕਿ ਇਹ ਸੁਣਨਾ ਇਹ ਪੜ੍ਹਨਾ ਕਿ ਦੁੱਖ ਹੈ ਜਿਹੜਾ ਤੁਹਾਨੂੰ ਗਮ ਹੈ ਉਦਾਸੀ ਹੈ ਜਿਹੜੀ ਉਦਾਸੀ ਤੁਹਾਨੂੰ ਮਾਰ ਸਕਦੀ ਤੁਹਾਡੀ ਜਾਨ ਲੈ ਸਕਦੀ ਹੈ ਉਦਾਸ ਬੰਦੇ ਮੈਂ ਦੇਖਿਆ ਕਿ ਚਲੋ ਬਿਮਾਰ ਹੋ ਸਕਦੇ ਨੇ ਉਦਾਸ ਬੰਦੇ ਡਿਪਰੈਸ ਹੋ ਸਕਦੇ ਨੇ ਪਰ ਉਹਨਾਂ ਦੀ ਜਾਨ ਚਲੀ ਜਾਏਗੀ ਇਹ ਨਹੀਂ ਸੀ ਸੋਚਿਆ ਜੀ ਬਿਲਕੁਲ ਐਂਡ ਆਈ ਜਸਟ ਵਾਂਟ ਟੂ ਸੇ ਥੈਂਕ ਯੂ ਫॉर ਇਨਵਾਈਟਿੰਗ ਮੀ ਫॉर ਦਿਸ ਵੈਰੀ ਇੰਪੋਰਟੈਂਟ ਟੋਪਿਕ ਅਤੇ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਲਈ ਤਾਂ ਇਹ ਬਹੁਤ ਇੰਪੋਰਟੈਂਟ ਹੈ ਜੀ ਕਿਉਂਕਿ ਅਸੀਂ ਤਾਂ ਸੈਡਨੈਸ ਨੂੰ ਲੈ ਕੇ ਚੱਲਦੇ ਹਾਂ ਕਿ ਇਟਸ ਓਕੇ ਫਿਰ ਕੀ ਹੋ ਗਿਆ ਠੀਕ ਹੋ ਜਾਵਾਂਗੇ ਜੀ ਰਾਈਟ ਬਟ ਇਹ ਕਹਿਣਾ ਕਿ ਸੈਡਨੈਸ ਸਾਨੂੰ ਕਿਲ ਕਰ ਸਕਦੀ ਹੈ ਮੈਂ ਇਹਦੇ ਬਾਰੇ 'ਚ ਹੋਰ ਐਕਸਪਲੇਨ ਕਰਨਾ ਚਾਹੂੰਗੀ ਪਹਿਲਾਂ ਜੀ ਕਿ ਸੈਡਨੈਸ ਹੈ ਕੀ ਸੈਡਨੈਸ ਹਰ ਇੱਕ ਇਨਸਾਨ ਲਈ ਡਿਫਰੈਂਟ ਹੈ
ਔਰ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਸੈਡਨੈਸ ਆਉਂਦੀ ਹੈ। ਹਰ ਇੱਕ ਇਨਸਾਨ ਨੇ ਉਸ ਚੀਜ਼ ਨੂੰ ਟੱਚ ਕੀਤਾ ਹੁੰਦਾ ਇੱਕ ਵਾਰੀ। ਸੈਡਨੈਸ ਇੱਕ ਹਿਊਮਨ ਇਮੋਸ਼ਨ ਹੈ ਜਿਹੜਾ ਅਸੀਂ ਉਦੋਂ ਰਿਲੀਜ਼ ਕਰਦੇ ਹਾਂ, ਕਹਿ ਲਓ ਕਿ ਜਦੋਂ ਸਾਨੂੰ ਬਹੁਤ ਟਰੋਮੈਟਿਕ ਨਿਊਜ਼ ਮਿਲਦੀ ਹੈ, ਕੋਈ ਸਾਡੇ ਪੇਰੈਂਟਸ ਦੀ ਲਾਸ, ਸੈਪਰੇਸ਼ਨ, ਐਂਗਜ਼ਾਇਟੀ, ਸਾਡਾ ਡਿਵੋਰਸ ਹੋਣਾ ਪਾਰਟਨਰ ਦੇ ਨਾਲ, ਟੀਨੇਜਰ ਬੱਚੇ ਦਾ ਲਾਸ ਹੋਣਾ। ਉਹ ਇੰਨਾ ਜ਼ਿਆਦਾ ਸਟਰੋਂਗ ਇਮੋਸ਼ਨ ਰਿਲੀਜ਼ ਹੋ ਜਾਂਦਾ ਹੈ। ਸਮਟਾਈਮਸ ਵੀ ਆਰ ਏਬਲ ਟੂ ਰਿਲੀਜ਼, ਸਮਟਾਈਮਸ ਉਹ ਅੰਦਰ ਹੀ ਰੱਖ ਲੈਂਦੇ ਹਾਂ ਅਸੀਂ ਉਹ ਰੋ ਵੀ ਨਹੀਂ ਪਾਉਂਦੇ। ਹੁਣ ਜੇ ਆਪਾਂ ਗੱਲ ਕਰੀਏ ਕਿ ਇੱਥੇ ਜੇ ਕਿਸੇ ਦੀ ਡੈਥ ਹੁੰਦੀ ਹੈ, ਜਿਵੇਂ ਆਪਾਂ ਇੰਡੀਆ ਤਾਂ ਉੱਚੀ ਉੱਚੀ ਰੋ ਵੀ ਲੈਂਦੇ ਸੀ, ਇੱਥੇ ਤਾਂ ਉੱਚੀ ਉੱਚੀ ਰੋ ਵੀ ਨਹੀਂ ਹੁੰਦਾ। ਉਹ ਸਰਪ੍ਰੈਸ ਹੋਈ ਜਾ ਰਹੀ ਹੈ, ਉਸ ਇਮੋਸ਼ਨ ਸਾਰਾ ਅੰਦਰ ਹੀ ਹੈ, ਉਹ ਸੈਡਨੈਸ ਨਿਕਲ ਨਹੀਂ ਰਹੀ ਜੀ, ਰਾਈਟ। ਉਸ ਸੈਡਨੈਸ ਨੂੰ ਬਾਹਰ ਕੱਢਣ ਦੇ ਲਈ we need to do so many things. That's a different kind of topic, right? But ਅੱਜ ਜੇ ਅਸੀਂ ਕਹੀਏ ਕਿ ਸੈਡਨੈਸ ਸਾਨੂੰ ਕਿਲ ਕਰ ਸਕਦੀ ਹੈ, in a way yes, in a way yes, ਕਿਉਂਕਿ ਸੈਡਨੈਸ ਸਿਰਫ ਇਹ ਨਹੀਂ ਹੈਗੀ ਕਿ ਓਕੇ ਅੱਜ ਮੇਰਾ ਜੀ ਜਿਹਾ ਨਹੀਂ ਲੱਗਦਾ। ਉਹ ਜਿਹੜਾ ਜੀ ਜਿਹਾ ਨਹੀਂ ਲੱਗਦਾ ਉਹਦੇ ਪਿੱਛੇ ਬਹੁਤ ਕੁਛ ਹੈ। ਉਹ ਜੀ ਕਿਉਂ ਨਹੀਂ ਲੱਗਦਾ? ਉਹ ਜੀ ਕਿਸੇ ਨਾਲ ਗੱਲ ਕਰਨ ਨੂੰ ਵੀ ਨਹੀਂ ਕਰਦਾ, ਉਹ ਜੀ ਬਾਹਰ ਜਾਣ ਨੂੰ ਵੀ ਨਹੀਂ ਕਰਦਾ। ਹੁਣ ਜਿਵੇਂ ਜਿਵੇਂ ਤੁਸੀਂ ਦੇਖਿਆ ਹੋ ਕਿ ਅਕਤੂਬਰ ਨਵੰਬਰ ਆਉਣਾ ਸ਼ੁਰੂ ਹੋ ਜਾਂਦਾ, ਆਪਾਂ ਕੀ ਕਹਿਣ ਲੱਗ ਜਾਂਦੇ, ਬਾਹਰ ਮੀਂਹ ਆ ਗਿਆ, ਹਨੇਰਾ ਛੇਤੀ ਹੋਣ ਲੱਗ ਗਿਆ, ਬਿਲਕੁਲ ਜੀ ਨਹੀਂ ਲੱਗਦਾ। ਅਸੀਂ ਕੁਛ ਕਰਦੇ ਹਾਂ ਟੂਵਰਡਸ ਦੈਟ, ਜੀ ਨਹੀਂ ਲੱਗਦਾ। ਮੇਬੀ TV ਦੇਖ ਲੈਂਦੇ ਹਾਂ ਜਾਂ ਸੌਂ ਜਾਂਦੇ ਹਾਂ ਅਰਲੀ। ਸਮ ਪੀਪਲ ਕੈਨ ਨਾਟ ਈਵਨ ਸਲੀਪ। ਠੀਕ ਹੈ। ਹੁਣ ਕੋਈ ਇਨਸਾਨ ਜਿਹੜਾ ਆਲਰੇਡੀ ਵੈਰੀ ਸੈਡ, ਗੋਇੰਗ ਥਰੂ ਸੋ ਮੈਨੀ ਥਿੰਗਸ ਇਨ ਲਾਈਫ, ਕਹਿ ਲਓ ਕਿਸੇ ਦਾ ਸਪੈਸ਼ਲ ਨੀਡਸ ਬੱਚਾ ਹੈ, ਸਾਰਾ ਦਿਨ ਇਸ ਕੌਨਸਟੈਂਟ ਸਟਰੈਸ 'ਚ ਨੇ ਉਹ ਪੇਰੈਂਟਸ। ਉਹਨਾਂ ਦੀ ਇੱਕ ਹੋਪ ਸੀ ਕਿ ਉਹਨਾਂ ਦੇ ਪੇਰੈਂਟਸ ਨੇ ਨਾ ਇੰਡੀਆ ਤੋਂ ਆ ਜਾਣਾ, ਲੁੱਕ ਆਫਟਰ ਕਰ ਲੈਣੀ ਹੈ ਨਿਆਣੇ ਦੀ। ਐਂਡ ਦੈਨ ਦੇ ਵਰ ਲਾਈਕ ਓਕੇ ਚਲੋ ਇੱਕ ਹੋਪ ਹੈਗੀ ਹੈ ਸਾਡੇ ਕੋਲ। ਆਲ ਆਫ ਅ ਸਡਨ ਇਨ ਦ ਮੋਰਨਿੰਗ ਦੇ ਰਿਸੀਵਡ ਅ ਕਾਲ ਕਿ ਯੂਰ ਮਦਰ ਡਾਈਡ, ਯੂਰ ਫਾਦਰ ਡਾਈਡ। ਉਹ ਤਾਂ ਪਹਿਲਾਂ ਹੀ ਇੰਨੇ ਕੌਨਸਟੈਂਟ ਸਟਰੈਸ 'ਚ ਸੀਗੀ ਉਹ ਵੂਮਨ। ਜੇ ਮੈਂ ਇੱਕ ਲੇਡੀ ਦੀ ਗੱਲ ਕਰਾਂ, ਇੱਕ ਮਦਰ ਦੀ ਗੱਲ ਕਰਾਂ, ਉਹ ਤਾਂ ਆਲਰੇਡੀ ਇੰਨੇ ਸਟਰੈਸ 'ਚ ਸੀ। ਐਂਡ ਦੈਨ ਸ਼ੀ ਰਿਸੀਵ ਦਿਸ ਨਿਊਜ਼। ਔਰ ਜਿਹੜੀ ਆਪਣੀ ਇੱਥੋਂ ਦੀ ਲਾਈਫ ਹੈ, ਹਾਊ ਫਾਸਟ ਇਟ ਇਜ਼। ਕੰਮ ਵਾਲੇ ਨੇ ਤਾਂ ਕੰਮ 'ਤੇ ਜਾਣਾ ਨੈਕਸਟ ਮੋਰਨਿੰਗ, ਪ੍ਰੋਬੇਬਲੀ ਹੀਲ ਟੇਕ 1 day ਆਫ, ਤੀਜੇ ਦਿਨ ਤਾਂ ਕੰਮ 'ਤੇ ਜਾਣਾ। ਉਹ ਇਮੋਸ਼ਨ, ਉਹ ਲੇਡੀ ਦੇ ਉਹ ਸੈਡਨੈਸ ਬਾਹਰ ਨਿਕਲੀ ਨੋ। ਉਹ ਤਾਂ ਕਹਿ ਲਓ ਵੀ ਹੋਰ ਐਡ ਔਨ ਹੋਈ ਜਾ ਰਹੀ ਹੈ। ਔਰ ਜਿਹੜੀ ਮਦਰ ਦੀ ਰਿਸਪੋਂਸੀਬਿਲਿਟੀ ਉਹ ਸਟਿਲ ਸ਼ੀ ਇਜ਼ ਡੂਇੰਗ ਦੈਟ। ਉਦਾਸ ਹੋ ਕੇ ਗੁੰਮਸੁੰਮ ਰਹਿਣ ਲੱਗ ਪੈਂਦੇ ਜੀ, ਗੁੰਮਸੁੰਮ ਰਹਿਣ ਲੱਗ ਜਾਂਦੇ ਆ। ਔਰ ਇਹਦੇ ਸਾਇੰਸ ਨੇ ਜੀ ਜਿਹੜੇ, ਜੇ ਇਮੋਸ਼ਨਲ ਸਾਇੰਸ ਕਹਾਂ ਤਾਂ ਤੁਸੀਂ ਚੁੱਪਚਾਪ ਹੋ, ਲੈਕ ਆਫ ਮੋਟੀਵੇਸ਼ਨ ਹੈ, ਕੋਈ ਤੁਹਾਨੂੰ ਕਹੀ ਵੀ ਜਾਂਦਾ ਅੱਜ ਬਾਹਰ ਚੱਲੀਏ, ਤੁਹਾਡਾ ਸਪੋਰਟ ਸਿਸਟਮ ਵੀ ਹੈ, ਕਨੈਕਸ਼ਨ ਬਣਾਏ ਹੋਏ ਨੇ ਤੁਸੀਂ, ਤੁਹਾਡੇ ਅੱਛੇ ਦੋਸਤ ਮਿੱਤਰ ਨੇ, ਉਹ ਤੁਹਾਨੂੰ ਕਹਿ ਰਹੇ ਨੇ ਵੀ ਅੱਜ ਬਾਹਰ ਚੱਲੀਏ, ਤੁਸੀਂ ਬਹਾਨੇ ਲੱਭਦੇ ਹੋ ਨਾ ਜਾਣਦੇ। ਫਿਜ਼ੀਕਲ ਸਾਈਨ ਕੀ ਹੋ ਸਕਦਾ ਕਿ ਚੈਸਟ ਹੈਵੀ ਹੈ, ਸ਼ੋਲਡਰਸ ਹੈਵੀ ਨੇ। ਪ੍ਰੋਬਲਮ ਕੋਈ ਨਹੀਂ ਹੈ ਮੈਨੂੰ, ਮੈਂ ਉੱਦਾਂ ਹੈਲਥੀ ਹਾਂ, ਮੈਨੂੰ ਕੋਈ ਕਿਸੇ ਚੀਜ਼ ਦੀ ਕੋਈ ਮੈਡੀਸਨ ਨਹੀਂ ਖਾ ਰਹੀ, ਪਰ ਮੈਨੂੰ ਪ੍ਰੋਬਲਮ ਕੀ ਹੈ, ਮੇਰੀ ਚੈਸਟ ਹੈਵੀ ਰਹਿੰਦੀ ਹੈ, ਮੈਨੂੰ ਗੁੱਡ ਫੀਲ ਨਹੀਂ ਹੋ ਰਿਹਾ, ਸਮਝ ਆ ਨਹੀਂ ਰਿਹਾ ਹੋ ਕੀ ਰਿਹਾ ਮੈਨੂੰ। ਐਂਡ ਇਹ ਚੀਜ਼ਾਂ, ਇੱਕ ਤਾਂ ਕਰੋਨਿਕ ਸਟਰੈਸ ਪਹਿਲਾਂ ਹੀ ਸੀਗਾ, ਉਹ ਮੈਨੂੰ ਸ਼ੋਅ ਕਰ ਰਹੀ ਹੈ ਮੇਰੀ ਬੋਡੀ ਇਮੋਸ਼ਨ ਅਤੇ ਫਿਜ਼ੀਕਲੀ ਵੇ ਨਾਲ। ਮੇਰੀ ਬੋਡੀ ਮੈਨੂੰ ਸ਼ੋਅ ਕਰ ਰਹੀ ਹੈ ਕਿ ਤੂੰ ਨਹੀਂ ਠੀਕ, ਯੂ ਨੀਡ ਹੈਲਪ। ਅਸੀਂ ਫਿਰ ਕਹਿੰਦੇ ਕੋਈ ਨਾ, ਮੈਂ ਟਾਲਨੋਲ ਖਾ ਲੂੰਗੀ, ਇੱਕ ਸੌਂ ਜੂੰਗੀ ਰਾਤ ਨੂੰ, ਲੈਟਸ ਸੀ, ਰਾਈਟ। ਇਵੈਂਚੁਅਲੀ ਵਿਦਨ 6 months 1 month ਸਾਡੀ ਬੋਡੀ, ਫਿਜ਼ੀਕਲ ਬੋਡੀ ਹੈ ਜਿਹੜੀ, ਉਹਨੇ ਇਹ ਚੀਜ਼ ਸ਼ੋਅ ਕਰਨੀ ਸ਼ੁਰੂ ਕਰ ਦੇਣੀ। ਮੇਬੀ ਆ ਹਾਰਟ ਪ੍ਰੋਬਲਮ, ਮੇਬੀ ਆ ਕਿਡਨੀ ਪ੍ਰੋਬਲਮ, ਮੇਬੀ ਹਾਰਟ ਪੈਲਪੀਟੇਸ਼ਨ ਇੰਨੀ ਜ਼ਿਆਦਾ ਹੋਣ ਲੱਗ ਗਈ ਕਿ ਰੋਟੀ ਖਾਂਦੇ ਸਾਰ ਸਟਮਕ 'ਚ ਮੇਰੇ 'ਚ ਬਟਰਫਲਾਈਜ਼ ਆਉਣ ਲੱਗ ਜਾਂਦੀਆਂ ਨੇ, ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਹੋ ਕੀ ਰਿਹਾ। ਇਸ ਤਰ੍ਹਾਂ ਦੇ ਅਲਾਮਤਾਂ ਹੋ ਜਾਂਦੀਆਂ। ਯਾ ਇਹ ਸਾਰੀਆਂ ਹੈਗੀਆਂ ਮਾਨਸਿਕ ਪਰੇਸ਼ਾਨੀ ਅਤੇ ਦੁੱਖ ਦੀਆਂ, ਉਦਾਸੀ ਦੀਆਂ। ਅਤੇ ਫਿਰ ਇਹਨੂੰ ਕਿਵੇਂ ਹੈਂਡਲ ਕੀਤਾ ਜਾਏ? ਤੁਸੀਂ ਜਦੋਂ ਤੁਹਾਡੇ ਕੋਲ ਕੋਈ ਕਲਾਇੰਟ ਇਸ ਤਰ੍ਹਾਂ ਦਾ ਆ ਜਾਂਦਾ, ਉਹਨੂੰ ਕੀ ਸੁਝਾਅ ਦਿੰਦੇ ਹੋ? ਫਿਰ ਮੈਂ ਪਰਸਨਲੀ ਬਿਲੀਵ ਕਰਦੀ ਹਾਂ ਜੀ ਕਿ ਐਵਰੀ ਹਿਊਮਨ ਬੀਇੰਗ ਇਜ਼ ਇਨਬਿਲਟ ਵਿਦ ਆਲ ਦੀਜ਼ ਇਨਫੋਰਮੇਸ਼ਨ। ਉਹਨਾਂ ਦੇ ਹਰ ਇੱਕ ਇਨਸਾਨ ਕੋਲ ਨੂੰ ਆਪਣੇ ਆਪ ਨੂੰ ਪਤਾ ਕਿ ਮੈਨੂੰ ਕਿਹੜੀ ਚੀਜ਼ ਕੰਮ ਕਰੂਗੀ। ਕਿਸੇ ਦਾ ਦਿਲ ਨਹੀਂ ਲੱਗਦਾ, ਉਹਨੂੰ ਪਤਾ ਹੈ ਕਿ ਮੈਂ ਅੱਜ ਜੇ ਨਾ ਬਾਹਰ ਕਿਤੇ ਘੁੰਮਿਆ ਵਾਂ, ਮੇਰਾ ਚਿੱਤ ਠੀਕ ਹੋ ਜਾਣਾ। ਅੱਜ ਮੈਂ ਆਪਣੇ ਕਿਸੇ ਦੋਸਤ ਮਿੱਤਰ ਨੂੰ ਫੋਨ ਕਰ ਲਾਂ, ਇਟ ਵਿਲ ਬੀ ਗੁੱਡ। ਐਂਡ ਐਵਰੀਬਡੀ ਹੈਜ਼ ਇਨਬਿਲਟ।
ਸੋ ਐਜ਼ ਅ ਕਾਉਂਸਲਰ ਅਸੀਂ ਉਹਨਾਂ ਦੀਆਂ ਉਹ ਚੀਜ਼ਾਂ ਨੂੰ ਫਾਈਂਡ ਆਊਟ ਕਰਦੇ ਹਾਂ, ਕਿਉਂਕਿ ਜਦੋਂ ਨਾ ਅਸੀਂ ਕੌਨਸਟੈਂਟ ਸਟ੍ਰੈਸ 'ਚ ਅਤੇ ਕੌਨਸਟੈਂਟ ਪੇਨ ਔਰ ਐਂਗਜ਼ਾਈਟੀ 'ਚ ਰਹਿਣ ਲੱਗ ਜਾਂਦੇ, ਸਾਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ, ਅਸੀਂ ਇਹਨਾਂ ਚੀਜ਼ਾਂ ਬਾਰੇ ਸੋਚਣਾ ਹੀ ਨਹੀਂ ਚਾਹੁੰਦੇ। ਜੇ ਉਹਨਾਂ ਨੂੰ ਪੁੱਛੋ ਤਾਂ ਮੇਰਾ ਖਿਆਲ ਕਈ ਲੋਕ ਸਿਰਫ ਉਹਨਾਂ ਨੂੰ ਇੱਕੋ ਹੀ ਪਤਾ ਹੁੰਦਾ ਕਿ ਮਨ ਜਿਹਾ ਚੁੱਕਿਆ ਹੋਇਆ ਮੇਰਾ, ਇੰਨੀ ਜਿਸ ਤਰ੍ਹਾਂ ਆਪ ਜੀ ਨੇ ਫਰਮਾਇਆ, ਬਸ ਇੰਨੀ ਗੱਲ ਹੀ ਦੱਸਦੇ ਆ, ਉਹਨਾਂ ਨੂੰ ਕਦੇ ਐਨਾਲਾਈਜ਼ ਕਰਕੇ ਸ਼ਾਇਦ ਵੇਖਦੇ ਨਹੀਂ ਜਾਂ ਉਹਨਾਂ ਨੂੰ ਇਨਫੋਰਮੇਸ਼ਨ ਹੀ ਇੰਨੀ ਰਾਈਟ। ਬਿਲਕੁਲ ਜੀ, ਮੇ ਬੀ ਇਨਫੋਰਮੇਸ਼ਨ ਹੀ ਇੰਨੀ। ਜਿਹੜਾ ਇਹ ਮਨ ਚੱਕਿਆ ਹੋਇਆ ਨਾ, ਇਹ ਵੀ ਇੱਕ ਟਰਮ ਹੈ ਮੈਡੀਕਲ ਸਾਇੰਸ ਦੇ ਵਿੱਚ, ਇਹਨੂੰ ਕਹਿੰਦੇ ਸੈਡਨੈਸ ਹੈ, ਬਿਲਕੁਲ ਇੱਕ ਟਰਮ ਹੈ ਜੀ, ਇਹਨੂੰ ਕਹਿੰਦੇ ਨੇ ਬ੍ਰੋਕਨ ਹਾਰਟ ਸਿੰਡਰੋਮ। ਉਹ ਕੀ ਹੈ ਜੀ? ਉਹ ਇਹ ਹੈ ਕਿ ਜਿੱਦਾਂ ਇਟਸ ਨਾਟ ਕਿ ਆਪਾਂ ਸੁਣਦੇ ਨਹੀਂ ਕਈ ਲੋਕਾਂ ਤੋਂ ਕਿ ਫਲਾਣੇ ਦਾ ਦਿਲ ਟੁੱਟ ਗਿਆ, not a ਸ਼ਾਇਰੀ ਔਰ ਐਨੀਥਿੰਗ, ਰਾਈਟ, ਬਟ ਆਪਾਂ ਕਹਿੰਦੇ ਕਿ ਦਿਲ ਟੁੱਟ ਗਿਆ। ਦਿਲ ਕਈ ਤਰੀਕੇ ਨਾਲ, ਮੇ ਬੀ ਦੇ ਵਾਂਟਡ ਸਮਥਿੰਗ, ਉਹ ਮਿਲਿਆ ਨਹੀਂ, ਜਾਂ ਆਲ ਆਫ ਏ ਸਡਨ ਆ ਨਿਊਜ਼ ਸੁਣਨਾ ਕਿ ਤੁਹਾਡੇ ਪੇਰੈਂਟਸ ਦੀ ਡੈਥ ਹੋ ਗਈ, ਜਾਂ ਤੁਹਾਡਾ ਟੀਨੇਜਰ ਬੱਚਾ ਚਲਾ ਗਿਆ, ਤੁਸੀਂ ਲੋਸ ਆਫ ਸੋ ਮੈਨੀ ਥਿੰਗਸ ਹੋ ਗਈਆਂ। ਐਂਡ ਫॉर ਪੇਰੈਂਟਸ ਕਿਡਸ ਆਰ ਗੋਇੰਗ ਫॉर ਫਰਦਰ ਸਟੱਡੀਜ਼, ਐਮਪਟੀਨੈਸ ਹੋ ਗਈ ਇੱਕਦਮ ਜੀ, ਰਾਈਟ। ਫॉर ਪੇਰੈਂਟਸ ਉਹ ਚੀਜ਼ਾਂ ਉਹ ਰੈਕਗਨਾਈਜ਼ ਤਾਂ ਕਰ ਨਹੀਂ ਪਾਉਂਦੇ। ਜਿਹੜਾ ਇਹ ਮੈਡੀਕਲ ਸਾਇੰਸ ਨੇ ਸਿੰਡਰੋਮ ਦਿੱਤਾ ਜੀ, ਇਹਦੇ 'ਚ ਕੀ ਹੈ ਕਿ ਫॉर ਸਰਟਨ ਟਾਈਮ ਸਾਡੇ ਹਾਰਟ ਦਾ ਇੱਕ ਹਿੱਸਾ ਹੁੰਦਾ, ਉਹ ਟੈਂਪਰੇਰੀਲੀ ਨਾ ਬਹੁਤ ਵੀਕ ਹੋ ਜਾਂਦਾ, ਔਰ ਉਹ ਐਂ ਲੱਗਣ ਲੱਗ ਜਾਂਦਾ, ਕਿਉਂਕਿ ਇਹਦੇ ਸਿੰਪਟਮ ਸੇਮ ਨੇ, ਲਾਈਕ ਅ ਹਾਰਟ ਅਟੈਕ, ਡਿਜ਼ੀਨੈਸ, ਤੁਹਾਨੂੰ ਹਾਰਟ ਪੈਲਪੀਟੇਸ਼ਨ ਹੁੰਦੀ ਆ, ਤੁਹਾਨੂੰ ਐਂ ਲੱਗਦਾ ਕਿ ਕੋਈ ਮੋਟੀਵੇਸ਼ਨ ਹੈ ਨਹੀਂ, ਮੇਰਾ ਦਿਲ ਹੀ ਨਹੀਂ ਕਰ ਰਿਹਾ ਕਿਸੇ ਚੀਜ਼ ਨੂੰ, ਔਰ ਚੈਸਟ ਹੈਵੀ ਹੋ ਗਈ ਹੈ। ਉਹ ਸਿੰਪਟਮਸ ਬਿਲਕੁਲ ਸੇਮ ਲੱਗਦੇ ਨੇ, ਹਾਰਟ ਅਟੈਕ ਨਹੀਂ ਹੈ, ਪਰ ਉਹ ਸਿੰਪਟਮ ਮਨ ਚੱਕ ਹੋਇਆ, ਐਜ਼ ਯੂ ਸੈਡ, ਮਨ ਚੱਕ ਹੋਇਆ ਆ, ਰਾਈਟ। ਸੋ ਹੈ ਦੋਨੋਂ ਚੀਜ਼ਾਂ ਸੇਮ, ਪਰ ਜਦੋਂ ਅਸੀਂ ਉਹਨੂੰ ਲੁੱਕ ਆਫਟਰ ਨਹੀਂ ਨਾ ਕਰਦੇ, ਇੰਨਾ ਕੁਛ ਹੋਇਆ, ਇਟਸ ਓਕੇ, ਕੋਈ ਨਾ, ਇਹ ਕਹਿ ਕੇ ਅਸੀਂ ਫਰਦਰ ਨੈਕਸਟ ਡੇ ਨੂੰ ਲੁੱਕ ਆਫਟਰ ਕਰਦੇ ਹਾਂ। ਥੀਸ ਥਿੰਗਸ will eventually take us to the first question we started with, ਕੀ ਸੈਡਨੈਸ ਸਾਨੂੰ ਕਿਲ ਕਰ ਸਕਦੀ ਹੈ? ਯੈਸ। ਥੋੜ੍ਹੀ ਜਿਹੀ ਪ੍ਰੋਬਲਮ ਹੋਈ ਸੀ, ਅਸੀਂ ਉਹਨੂੰ ਲੁੱਕ ਆਫਟਰ ਨਹੀਂ ਕਰਦੇ, ਕਿਉਂਕਿ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ 'ਚ ਸਾਨੂੰ ਰੇਜ਼ ਹੀ ਇੱਦਾਂ ਕੀਤਾ ਜਾਂਦਾ, ਸਟਰੋਂਗ ਬਣੋ, ਤਗੜੇ ਬਣੋ, ਰੋਣ 'ਚ ਕੁਛ ਨਹੀਂ ਰੱਖਿਆ, ਰਾਈਟ। ਸਾਨੂੰ ਕਿਹਾ ਜਾਂਦਾ ਕਿ ਤਗੜੇ ਬਣਨਾ ਚਾਹੀਦਾ, ਰੋਣਾ ਨਹੀਂ ਚਾਹੀਦਾ। ਜਦੋਂ ਤੁਸੀਂ ਕਾਉਂਸਲਿੰਗ ਕਰਦੇ ਹੋ ਤਨੂ ਸ਼ਰਮਾ ਜੀ, ਹਾਂਜੀ, ਫਿਰ ਕਈ ਕਲਾਇੰਟ ਤਾਂ ਆ ਕੇ ਰੋਣ ਲੱਗ ਜਾਂਦੇ ਹੋਣੇ? there are few clients ਜਿਹੜੇ ਤੁਸੀਂ ਕਹਿ ਲਓ ਕਿ 50 minutes they just want to cry। ਅੱਛਾ, ਸਾਰੀ ਪੈਸੇ ਦੇ ਕੇ ਰੋ ਰਹੇ ਹਾਂ ਅਸੀਂ, ਬਟ ਕਿਉਂ ਰੋ ਰਹੇ ਹਾਂ? we found somebody ਜਿਹੜਾ ਮੈਨੂੰ ਲਿਸਨ ਕਰ ਰਿਹਾ, ਜਿਹਨੇ ਮੈਨੂੰ ਐਟਲੀਸਟ ਸਮਝਿਆ ਕਿ ਓਕੇ ਮੇਰੀ ਪ੍ਰੋਬਲਮ ਕੀ ਸੀ। ਜਿੱਦਾਂ ਮੈਂ ਐਗਜ਼ਾਮਪਲ ਸ਼ੇਅਰ ਕੀਤੀ ਅਰਲੀਅਰ ਕਿ ਉਹ ਮਦਰ ਇੱਦਾਂ ਹੋ ਗਿਆ, ਡਾਇਡ ਹੋ ਗਏ, ਰਾਈਟ। ਉਹਨੂੰ ਕਿਸੇ ਨੇ ਅੰਡਰਸਟੈਂਡ ਹੀ ਨਹੀਂ ਕੀਤਾ, ਕਿਉਂਕਿ ਉਹ ਕਹਿ ਲਓ ਵੀ ਉਹਦੀ ਰਿਸਪੋਂਸੀਬਿਲਿਟੀ ਸੀ, ਸ਼ੀ ਵਾਜ਼ ਟੇਕਿੰਗ ਦੈਟ ਐਜ਼ ਅ ਰਿਸਪੋਂਸੀਬਿਲਿਟੀ ਕਿ ਬੱਚਿਆਂ ਨੂੰ ਐਕਟੀਵਿਟੀਜ਼ 'ਤੇ ਲੈ ਕੇ ਜਾਣਾ, ਸਭ ਕੁਛ ਕਰਨਾ। ਪਾਣਾ ਵਰਤ ਗਿਆ, ਹੁਣ ਛੱਡੋ, ਛੱਡੋ, ਬਸ ਅੱਗੇ ਚੱਲੋ, ਅੱਗੇ ਦੀ ਸੋਚੋ, ਰਾਈਟ। ਅੰਡਰਸਟੈਂਡ ਹੀ ਨਹੀਂ ਕੀਤਾ ਕਿਸੇ ਨੇ। ਪਰ ਜਦੋਂ ਉਹ ਘੜਾ ਭਰੀ ਗਿਆ, ਉਹ ਇਵੈਂਚੁਅਲੀ ਸਾਡੀ ਜਿਹੜੀ ਫਿਜ਼ੀਕਲ ਹੈਲਥ ਆ, ਫਿਰ ਉਹ ਸ਼ੋਅ ਕਰਦੀ ਹੈ ਉਸ ਚੀਜ਼ ਨੂੰ। ਅਸੀਂ ਕੀ ਸਮਝਦੇ ਹਾਂ ਜੀ? ਸੋ ਦੈਟਸ ਵਾਈ ਵੀ ਸੇ ਕਿ ਮਾਈਂਡ ਐਂਡ ਬੋਡੀ ਕਨੈਕਸ਼ਨ ਇਜ਼ ਵੈਰੀ ਇੰਪੋਰਟੈਂਟ। ਜਦੋਂ ਸਾਨੂੰ ਸ਼ੌਕ ਲੱਗਦਾ ਕਿ ਫਲਾਣੇ ਦੀ ਡੈਥ ਹੋ ਗਈ, ਜਾਂ ਸਮਥਿੰਗ ਵੈਰੀ ਟਰੋਮੈਟਿਕ ਇਵੈਂਟ ਹੋ ਗਿਆ ਸਾਡੀ ਲਾਈਫ 'ਚ, ਅਸੀਂ ਉਸ ਚੀਜ਼ ਨੂੰ ਇਹ ਸਮਝ ਕੇ ਚੱਲਦੇ ਹਾਂ ਕਿ ਹਾਏ ਹੁਣ ਕੀ ਕਰਾਂ, ਤੋਂ ਬਾਅਦ ਫਿਰ ਕਹਿੰਦੇ ਚੱਲ ਠੀਕ ਹੈ, ਕੋਈ ਗੱਲ ਨਹੀਂ, ਇਟਸ ਓਕੇ। ਦੇਰ ਆਰ ਸੋ ਮੈਨੀ ਪੀਪਲ ਇਨ ਬਿਟਵੀਨ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੇ ਕਹਿੰਦੇ ਨੇ ਇਟਸ ਓਕੇ ਤੋਂ ਬਾਅਦ ਚੱਲ ਪੈਂਦੇ ਕਿ ਚੱਲ ਕੋਈ ਨਾ। ਦੇਰ ਆਰ ਸੋ ਮੈਨੀ ਜਿਹੜੇ ਇਟਸ ਓਕੇ 'ਤੇ ਹੀ ਰਹਿ ਜਾਂਦੇ ਨੇ, ਔਰ ਉਹ ਆਪਣੇ ਆਪ ਨੂੰ ਨਾ ਕਈ ਚੀਜ਼ਾਂ ਤੋਂ ਬਾਹਰ ਕੱਢ ਲੈਂਦੇ ਆ। ਫਰੈਂਡਸ਼ਿਪ ਛੱਡ ਦਿੰਦੇ ਆ, ਫੋਨ ਕਰਨਾ ਛੱਡ ਦਿੰਦੇ ਆ, ਬਸ ਕਹਿ ਲਓ ਵੀ ਆਪਣੀ ਜ਼ਿੰਦਗੀ ਜੀਣਾ ਛੱਡ ਦਿੰਦੇ ਆ, ਲੈਟਸ ਪੁੱਟ ਇਟ ਦਿਸ ਵੇ। ਐਂਡ ਦੈਨ ਐਜ਼ ਯੂ ਸੈਡ ਕਿ ਜਿੱਦਾਂ ਮੇਰੇ ਕੋਲ ਕਲਾਇੰਟ ਆਉਂਦੇ ਆ, ਦੇ ਵਾਂਟਡ ਟੂ ਕਰਾਈ ਐਂਡ ਵੀ ਲੈਟ ਦੈਮ, ਦੈਟਸ ਦੇਅਰ ਸੇਫ ਪਲੇਸ ਕਿ ਯੂ ਕੈਨ ਕਰਾਈ। ਉਹ ਆਪਣੀਆਂ ਗੱਲਾਂ ਵੀ ਦੱਸੀ ਜਾਂਦੇ ਆ, ਨਾਲ ਦੀ ਨਾਲ ਕਰਾਈ ਵੀ ਕਰਦੇ ਆ, ਉਹਨਾਂ ਦਾ ਇਮੋਸ਼ਨਲ ਰਿਲੀਜ਼ ਹੁੰਦਾ ਜੀ ਉਹ। ਔਰ ਇਹ ਇਮੋਸ਼ਨ ਨੂੰ ਰਿਲੀਜ਼ ਕਰਨਾ ਬਹੁਤ ਜ਼ਰੂਰੀ ਹੈ। ਐਂਡ ਆਈ ਹੋਪ ਥਰੂ ਦਿਸ ਪੀਪਲ ਵਿਲ ਅੰਡਰਸਟੈਂਡ ਕਿ ਇਮੋਸ਼ਨਸ ਨੂੰ ਰਿਲੀਜ਼ ਕਰਨਾ ਬਹੁਤ ਇੰਪੋਰਟੈਂਟ ਹੈ, ਨਹੀਂ ਤਾਂ ਇਹ ਜਿਹੜੀ ਸੈਡਨੈਸ ਹੈ ਡੈਫੀਨੇਟਲੀ ਕੈਨ ਟੇਕ ਅਸ ਸਮਵੇਅਰ। ਦਿਲ ਤੇ ਦਿਮਾਗ 'ਤੇ ਤੁਸੀਂ ਤਨੂ ਸ਼ਰਮਾ ਜੀ ਦੱਸ ਰਹੇ ਸੀ, ਇਹਦੇ 'ਤੇ ਬਹੁਤ ਬੁਰਾ ਅਸਰ ਪੈਂਦਾ ਇਸ ਦਾ, ਔਰ ਉਸ ਤੋਂ ਬਚਣ ਲਈ ਵੀ ਤੁਹਾਡੇ ਕੋਲ ਤਰਕੀਬਾਂ ਹੈਗੀਆਂ ਨੇ। ਜਿਹੜਾ ਇੱਕ ਪ੍ਰੋਲੋਂਗਡ ਗਰੀਫ ਡਿਸਆਰਡਰ ਹੈ,
ਇਹ ਕੀ ਡੈਫੀਨੇਸ਼ਨ ਆ, ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਵੀ ਇਹਨੂੰ ਪ੍ਰੋਲੋਂਗਡ ਗ੍ਰੀਫ ਡਿਸਆਰਡਰ ਆ ਹੁਣ ਜਿਹੜਾ ਇਹਦੀ ਜਾਨ ਲੈ ਸਕਦਾ? ਸੋ ਜਿਹੜਾ ਗਰੀਫ ਹੈ ਨਾ ਜੀ, ਗਰੀਫ ਕੀ ਹੈ? ਦੁੱਖ। ਕਿ ਅਸੀਂ ਕਿਸੇ ਦੀ ਮੌਤ ਤੋਂ ਬਾਅਦ ਕਿੰਨੀ ਦੇਰ ਉਸ ਚੀਜ਼ ਦਾ ਦੁੱਖ ਮਨਾ ਰਹੇ ਹਾਂ, ਸੋਗ ਮਨਾ ਰਹੇ ਹਾਂ। ਠੀਕ ਹੈ ਜੀ। ਜਿਹੜਾ ਪ੍ਰੋਲੋਂਗਡ ਗਰੀਫ ਡਿਸਆਰਡਰ ਹੈ, ਜਿਹੜਾ ਲੈਟਸ ਟਾਕ ਅਬਾਊਟ ਗਰੀਫ ਫਸਟ, ਕਿ ਜਿਹੜੀ ਗਰੀਫ ਹੈ ਨਾ ਹਰ ਇੱਕ ਇਨਸਾਨ ਦੇ ਲਈ ਡਿਫਰੈਂਟ ਹੈ। ਇਟਸ ਨॉन ਲੀਨੀਅਰ। ਸਿੱਧੀ ਲਾਈਨ ਨਹੀਂ ਹੈ ਕਿ ਓਕੇ ਕਿਸੇ ਦੀ ਡੈਥ ਹੋਈ ਹੈ ਤੁਸੀਂ 3 ਮਹੀਨੇ ਬਾਅਦ ਠੀਕ ਹੋ ਜਾਓਗੇ। ਨੋ, ਇਟਸ ਨॉन ਲੀਨੀਅਰ। ਤੁਹਾਨੂੰ ਨਹੀਂ ਪਤਾ ਅੱਜ ਤੁਸੀਂ ਸੌਖੇ ਆ, ਕੱਲ੍ਹ ਨੂੰ ਤੁਸੀਂ ਫੇਰ ਸੈਡ ਹੋ ਗਏ। ਅੱਜ ਤੁਸੀਂ ਘੁੰਮਣ ਗਏ ਸੀ, ਤੁਸੀਂ ਬੜੇ ਹੀ ਹੈਪੀ ਸੀ, ਅਗਲੇ ਦਿਨ ਤੁਸੀਂ ਫੇਰ ਸੈਡ ਹੋ ਗਏ। 3 ਦਿਨ ਤੁਸੀਂ ਵਧੀਆ ਰਹੇ, 4 ਦਿਨ ਤੁਸੀਂ ਫੇਰ ਸੈਡ ਹੋ ਗਏ। ਸੋ ਇਟਸ ਨॉन ਲੀਨੀਅਰ। ਠੀਕ ਹੈ ਜੀ। ਅਤੇ ਜਿਹੜਾ ਪ੍ਰੋਲੋਂਗਡ ਗਰੀਫ ਡਿਸਆਰਡਰ ਹੈ ਜੀ, ਇਹ ਕਿਸੇ ਇਨਸਾਨ ਆਲਰੇਡੀ ਗੋਇੰਗ ਥਰੂ ਦ ਸੋਗ ਕਿ ਫਲਾਣੇ ਬੰਦੇ ਦੀ ਡੈਥ ਹੋ ਗਈ, ਮੇਰੇ ਬੱਚੇ ਨੂੰ ਇੱਦਾਂ ਹੋ ਗਿਆ, ਉਹ ਜਦੋਂ 6 ਮਹੀਨੇ ਤੋਂ ਜ਼ਿਆਦਾ ਜਾਂ ਸਾਲ ਤੱਕ ਸੇਮ ਸਿਚੁਏਸ਼ਨ ਰਹਿੰਦੀ ਹੈ ਜੀ, ਉਹਨੂੰ ਪ੍ਰੋਲੋਂਗਡ ਗਰੀਫ ਡਿਸਆਰਡਰ ਕਹਿੰਦੇ ਆ। ਹੁਣ ਸਪੋਜ਼ ਆਪਾਂ ਕਿਸੇ ਦੀ ਡੈਥ ਹੁੰਦੀ ਹੈ ਜਾਂ ਆਪਣਾ ਕੋਈ ਆਪਾਂ ਰਿਲੇਸ਼ਨਸ਼ਿਪ ਲੂਜ਼ ਕਰਦੇ ਹਾਂ ਜਾਂ ਆਪਣਾ ਟੀਨੇਜਰ ਬੱਚਾ ਲੂਜ਼ ਕਰਦੇ ਹਾਂ। ਅੱਛਾ, ਡੈਥ ਆਫ ਰਿਲੇਸ਼ਨਸ਼ਿਪ ਵੀ ਇਸੇ ਤਰ੍ਹਾਂ ਹੀ ਜਿਵੇਂ ਡੈਥ ਆਫ ਇੰਡੀਵਿਜੂਅਲ? ਜਾਂ ਕਿਉਂਕਿ ਅਸੀਂ ਸਪੋਜ਼ ਹੁਣ ਕੋਈ 40 ਈਅਰਸ ਤੱਕ ਵਿਆਹਿਆ ਹੋਇਆ ਸੀਗਾ, ਆਲ ਆਫ ਅ ਸਡਨ ਉਹਨਾਂ ਦੇ ਪਾਰਟਨਰ ਦੀ ਡੈਥ ਹੋ ਗਈ। ਠੀਕ ਹੈ ਜੀ। ਸਵੇਰੇ ਉੱਠਦੇ ਚਾਹ ਇਕੱਠੇ ਪੀਂਦੇ ਸੀ, ਵੌਕ 'ਤੇ ਇਕੱਠੇ ਜਾਂਦੇ ਸੀ, ਆ ਕੇ ਬ੍ਰੇਕਫਾਸਟ ਇਕੱਠੇ ਕਰਦੇ ਸੀ। ਆਲ ਆਫ ਅ ਸਡਨ ਉਸ 60-70 ਈਅਰ ਓਲਡ ਪਰਸਨ ਦੇ ਲਈ ਅਦਰ ਕੰਪੈਨੀਅਨ ਹੈ ਹੀ ਨਹੀਂ। ਲੈਟਸ ਸੇ ਪਾਰਟਨਰ ਜਿਉਂਦੇ ਆ, ਠੀਕ ਹੈ ਜੀ, ਰਿਲੇਸ਼ਨਸ਼ਿਪ ਦੀ ਡੈਥ ਹੋ ਗਈ, ਫਿਰ? ਬਹੁਤ ਸੋਹਣਾ ਕੁਐਸਚਨ ਤੁਸੀਂ ਪੁੱਛਿਆ ਜੀ ਕਿ ਰਿਲੇਸ਼ਨਸ਼ਿਪ ਦੀ ਹੀ ਡੈਥ ਹੋ ਗਈ। ਸਭ ਤੋਂ ਬੜੀ ਸੈਡਨੈਸ ਉੱਥੇ ਸਟਾਰਟ ਹੁੰਦੀ ਹੈ। ਜਿਹਨੂੰ ਕੋਈ ਐਨਕਾਊਂਟਰ ਹੀ ਨਹੀਂ ਕਰ ਪਾ ਰਿਹਾ, ਉਹ ਆਪਣਾ ਕੰਮ 'ਤੇ ਜਾ ਰਿਹਾ ਹੈ, ਇੱਧਰ ਆਪਣਾ ਕੰਮ 'ਤੇ ਜਾ ਰਹੇ ਆ, ਪੈਸੇ ਕਮਾਈ ਜਾ ਰਹੇ ਆ ਫਾਈਨੈਂਸ਼ੀਅਲੀ, ਔਰ ਫਾਈਨੈਂਸ਼ੀਅਲੀ ਬਹੁਤ ਵਧੀਆ ਹੋ ਗਏ ਆ, ਬਹੁਤ ਸਟਰੋਂਗ ਹੋ ਗਏ ਆ, ਬਟ ਜਿਹਦੇ ਲਈ ਫਾਈਨੈਂਸ਼ੀਅਲੀ ਸਟਰੋਂਗ ਹੋ ਰਹੇ ਸੀ ਉਹ ਚੀਜ਼ ਐਮਟੀ ਹੋ ਗਈ ਹੈ। ਔਰ ਉਹਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਕਿ ਤੁਸੀਂ ਕਿ ਵਟ ਇਜ਼ ਗੋਇੰਗ ਔਨ, ਕੋਈ ਤੇਰੇ ਕੋਲ ਇੰਨੇ ਪੈਸੇ ਹੋ ਗਏ, ਮੇਰੇ ਕੋਲ ਇੰਨੇ ਪੈਸੇ ਹੋ ਗਏ, ਵੀ ਆਰ ਗੁੱਡ, ਵੀ ਆਰ ਹੈਲਥੀ। ਆਪਾਂ ਯੂ ਵੁਡਨਟ ਇਵਨ ਬਿਲੀਵ ਪੀਪਲ ਸੇ ਕਿ ਚਲੋ ਆਪਾਂ ਅੱਜ ਆਪਾਂ ਮੈਕਸੀਕੋ ਚੱਲੀਏ ਫॉर 1 ਵੀਕ। ਮੈਕਸੀਕੋ ਜਾ ਕੇ ਵੀ ਅਸੀਂ ਕੋਈ ਕਿਤੇ ਹੋਰ ਹੈ, ਕੋਈ ਕਿਤੇ ਹੋਰ ਹੈ। ਠੀਕ ਹੈ ਜੀ। ਐਂਡ ਉਹ ਐਮਟੀਨੈਸ ਨੂੰ, ਉਹ ਸੈਡਨੈਸ ਨੂੰ ਅਸੀਂ ਨਾਮ ਦੇ ਰਹੇ ਕਿ ਅਸੀਂ ਤਾਂ ਬਾਹਰ ਜਾ ਰਹੇ ਹਾਂ, ਵੀ ਆਰ ਗੋਇੰਗ ਆਊਟ, ਪਰ ਉਹ ਐਮਟੀਨੈਸ ਨੂੰ ਲਿਸਨ ਕੋਈ ਨਹੀਂ ਕਰ ਰਿਹਾ। ਉਹ ਜਿਹੜੀ ਇਮੋਸ਼ਨਲ ਰਿਲੀਜ਼ ਮੇਰੀ ਬੋਡੀ 'ਚ ਹੋਇਆ ਹੈ ਕਿ ਯੂ ਆਰ ਨਾਟ ਹੈਪੀ, ਯੂ ਆਰ ਨਾਟ ਹੈਪੀ ਐਕਚੁਅਲੀ। ਤੁਸੀਂ ਉੱਪਰੋਂ ਮਾਸਕ ਲਾ ਕੇ ਹੈਪੀ ਹੋਣ ਦੀ ਕੋਸ਼ਿਸ਼ ਕਰ ਰਹੇ ਹੋ, ਸ਼ੋਅ ਕਰ ਰਹੇ ਹੋ ਅਸੀਂ ਤਾਂ ਬਹੁਤ ਖੁਸ਼ ਹਾਂ ਜੀ, ਫਾਈਨੈਂਸ਼ੀਅਲੀ ਬਹੁਤ ਸਟਰੋਂਗ ਆ, ਐਵਰੀਥਿੰਗਸ ਗੁੱਡ। ਪਰ ਉਹ ਮਾਸਕ ਹੌਲੀ ਹੌਲੀ ਸੈਡਨੈਸ ਦੇ ਰੂਪ 'ਚ ਐਜ਼ ਵੀ ਸੈਡ ਕਿ ਸਾਨੂੰ ਕਿਲ ਕਰਦਾ, ਉਹ ਮਾਸਕ ਲੈਣਾ ਸ਼ੁਰੂ ਹੋ ਜਾਂਦਾ। ਉਹ ਜਦੋਂ ਲੈਣਾ ਸ਼ੁਰੂ ਹੁੰਦਾ ਫਿਰ ਉਹ ਸਾਨੂੰ ਸਮਝ ਹੀ ਨਹੀਂ ਆਉਂਦਾ। ਉਹ ਇਸ ਪੁਆਇੰਟ ਤੱਕ ਲੈ ਜਾਂਦਾ ਕਿ ਹੁਣ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਨੂੰ ਹਾਰਟ ਦੀ ਪ੍ਰੋਬਲਮ ਵੀ ਹੋ ਗਈ ਹੈ, ਮੈਨੂੰ ਕੋਲੈਸਟਰੋਲ ਵੀ ਹੋ ਗਿਆ ਹੈ, ਮੇਰੀ ਕਿਡਨੀਜ਼ ਵੀ ਖਰਾਬ ਨੇ, ਮੇਰੇ ਸ਼ੋਲਡਰਸ ਆਲਵੇਜ਼ ਦੁਖਦੇ ਰਹਿੰਦੇ ਨੇ, ਔਰ ਮੇਰੇ ਟੈਸਟਾਂ 'ਚ ਕੁਛ ਵੀ ਨਹੀਂ ਆਇਆ। ਟੈਸਟ ਠੀਕ ਆ ਰਹੇ ਨੇ। ਐਂਡ ਦੈਨ ਫਿਰ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ 'ਚ ਇਹ ਚੀਜ਼ ਬਹੁਤ ਹੁੰਦੀ ਆ, ਡਾਕਟਰ ਦੇ ਜਾਇਆ ਹੀ ਸੀ, ਟੈਸਟ ਸਾਰੇ ਸਹੀ ਨੇ, ਫਿਰ ਢਿੱਡ ਕਿਉਂ ਦੁਖਦਾ ਰਹਿੰਦਾ, ਬੈਕ ਪੇਨ ਕਿਉਂ ਹੈ। ਸਪੈਸ਼ਲੀ ਇਫ ਆਈ ਪੁੱਟ ਐਨ ਐਗਜ਼ਾਮਪਲ ਹੀਅਰ ਫॉर ਐਟ ਹੋਮ ਮੋਮਸ। ਠੀਕ ਹੈ, ਸਵੇਰੇ ਉੱਠੀਆਂ, ਬੱਚਿਆਂ ਨੂੰ ਰੈਡੀ ਕੀਤਾ, ਲੰਚਸ ਬਣਾਏ, ਛੱਡ ਕੇ ਆਉਂਦੇ ਬੱਚੇ, ਘਰੇ ਆਏ, ਆਉਂਦਿਆਂ ਨੂੰ ਹਾਊਸ ਵਾਜ਼ ਅ ਮੈਸ, ਇਟ ਵਾਜ਼ ਅ ਮੈਸ, ਐਵਰੀਬਡੀ ਵਾਜ਼ ਗੋਇੰਗ ਰਾਈਟ। ਆ ਕੇ ਕਾਊਚ 'ਤੇ ਬਹਿ ਕੇ ਨਾ ਆਪਣੇ ਮਨ ਨੂੰ ਕਿ ਮੈਂ ਫੋਨ ਦੇਖਣਾ 10 ਮਿੰਟ, ਮੈਂ ਚਾਹ ਪੀਣੀ ਹੈ, ਨਾਲੇ ਚਾਹ ਪੀ ਲਈ, ਫੋਨ ਦੇਖ ਲਿਆ, ਘੰਟਾ ਵੇਸਟ ਹੋ ਗਿਆ ਉਸ ਚੀਜ਼ 'ਚ। ਉਹ ਘੰਟਾ ਜਿਹੜਾ ਆਪਣੇ ਆਪ ਨੂੰ ਦਿੱਤਾ, ਉਹਨੂੰ ਇਹ ਨਹੀਂ ਸੋਚਿਆ ਕਿ ਓ ਆਈ ਗੇਵ ਦੈਟ 1 ਆਵਰ ਟੂ ਮਾਈ ਸੈਲਫ, ਮੈਂ ਇੰਜੋਏ ਕੀਤਾ, ਚਾਹੇ ਮੈਂ ਸਕਰੋਲ ਹੀ ਕੀਤਾ। ਠੀਕ ਹੈ, ਆਈ ਗਿਵ ਦੈਟ 1 ਆਵਰ ਟੂ ਮਾਈ ਸੈਲਫ। ਉਹ ਮੋਮਸ ਨੇ ਜਿਹੜੀਆਂ, ਉਹਨਾਂ ਨੂੰ ਗਿਲਟ 'ਚ ਆ ਜਾਂਦੀ ਹੈ ਕਿ ਮੈਂ 1 ਘੰਟਾ ਆਪਣਾ ਖਰਾਬ ਹੀ ਕਰਤਾ। ਉਹ ਜਿਹੜੀ ਸੈਡਨੈਸ ਆਲਰੇਡੀ ਸੀਗੀ, ਉਹਨੂੰ 1 ਘੰਟਾ ਦੇ ਕੇ ਹੈਪੀਨੈਸ 'ਚ ਟਰਨ ਕੀਤਾ ਗਿਆ। ਮਾਂ ਨੇ ਫਿਰ 1 ਘੰਟੇ ਬਾਅਦ ਉੱਠ ਕੇ ਉਹਨੂੰ ਫਿਰ ਗਿਲਟ 'ਚ ਪਾਤਾ ਵੀ ਲੈ ਦੱਸ, ਮੈਂ ਤਾਂ 1 ਘੰਟਾ ਹੀ ਖਰਾਬ ਕਰਤਾ ਆਪਣਾ। ਫਿਰ ਕੰਮ 'ਚ ਜੁੜ, ਫਿਰ ਕੰਮ 'ਚ, ਫਿਰ ਜਦ ਤੱਕ ਬੱਚਿਆਂ ਨੂੰ ਲੈਣ ਜਾਣ ਦਾ ਟਾਈਮ ਹੋ ਗਿਆ, ਯੂ ਵਰ ਨਾਟ ਏਬਲ ਟੂ ਗਿਵ ਐਨੀ ਟਾਈਮ ਟੂ ਯੋਰਸੈਲਫ। ਔਰ ਜਿਹੜਾ 1 ਘੰਟਾ ਦਿੱਤਾ ਵੀ, ਉਹ ਜੇ ਹੈਪੀਨੈਸ ਵਾਲਾ ਇਮੋਸ਼ਨ ਕੋਈ ਰਿਲੀਜ਼ ਹੋਣਾ ਵੀ ਸੀ, ਉਹਨੂੰ ਗਿਲਟ ਦੇ ਵਿੱਚ ਪਾ ਕੇ that also turned into a more sadness. ਉਹ ਸੈਡਨੈਸ ਐਕਿਊਮੂਲੇਟ ਹੋ ਕੇ ਤੁਸੀਂ ਕਹਿ ਲਓ ਵੀ ਉਹ
ਜਿੱਦਾਂ ਪ੍ਰੋਲੋਂਗਡ ਗ੍ਰੀਫ ਡਿਸਆਰਡਰ ਹੈ ਕਿ ਜੇ 6 ਮਹੀਨੇ ਤੋਂ ਸਾਲ ਤੋਂ ਜ਼ਿਆਦਾ ਹੋ ਜਾਂਦਾ ਹੈ that turns ਹੁਣ ਇੱਕ ਚੀਜ਼ ਹੋਰ ਆਈ ਜਸਟ ਵਾਂਟ ਟੂ ਐਡ ਹੀਅਰ ਕਿ ਪ੍ਰੋਲੋਂਗਡ ਗ੍ਰੀਫ ਡਿਸਆਰਡਰ ਦੇ ਵਿੱਚ ਨਾ ਅਗਰ ਕੋਈ ਇਨਸਾਨ ਕਿਸੇ ਦੇ ਪੇਰੈਂਟ ਦੀ ਡੈਥ ਹੋ ਗਈ ਉਹ ਕਹਿ ਰਿਹਾ ਕਿ ਪਹਿਲਾਂ ਤਾਂ ਐਕਸੈਪਟ ਹੀ ਨਹੀਂ ਕਰਦੇ ਅਸੀਂ ਠੀਕ ਹੈ ਜੀ ਗ੍ਰੀਫ ਦਾ ਵੀ ਨਾ ਇੱਕ ਮਾਡਲ ਹੈ ਉਹਦੇ ਵਿੱਚ ਬਹੁਤ ਸਾਰੇ ਸਟੈਪਸ ਨੇ ਜਿਹੜੇ ਅਸੀਂ ਫੋਲੋ ਕਰਦੇ ਹਾਂ ਕਿ ਅਸੀਂ ਪਹਿਲਾਂ ਤਾਂ ਅਸੀਂ ਡਿਨਾਇਲ 'ਚ ਹੀ ਰਹਿੰਦੇ ਹਾਂ ਅਸੀਂ ਮੰਨਦੇ ਹੀ ਨਹੀਂ ਵੀ ਫਲਾਣੇ ਬੰਦੇ ਦੀ ਡੈਥ ਹੋਈ ਆ ਸਾਡਾ ਦਿਮਾਗ ਕਹਿੰਦਾ ਵੀ ਨਹੀਂ ਹੋ ਹੀ ਨਹੀਂ ਸਕਦਾ ਨਾ ਇੱਥੇ ਹੀ ਨੇ ਫੋਟੋ ਲਾਈ ਹੁੰਦੀ ਉਹਦੀ ਬਿਲਕੁਲ ਅਸੀਂ ਮੰਨਦੇ ਹੀ ਨਹੀਂ ਜੀ ਦੈਨ ਡਿਨਾਇਲ ਹੈ ਦੈਨ ਅਸੀਂ ਡਿਪਰੈਸ਼ਨ 'ਚ ਚਲੇ ਜਾਂਦੇ ਹਾਂ ਜਿਹੜਾ ਉਹ ਡਿਪਰੈਸ਼ਨ ਹੈ ਉਹ ਸਮਟਾਈਮਸ ਕੈਨ ਬੀ ਕ੍ਰੋਨਿਕ ਕੈਨ ਬੀ ਅ ਮੇਜਰ ਡਿਪਰੈਸ਼ਨ ਕਿ 2 ਵੀਕਸ ਤੋਂ ਜ਼ਿਆਦਾ ਤੁਸੀਂ ਸੇਮ ਸਿਚੁਏਸ਼ਨ 'ਚ ਹੋ ਨਾ ਕਿਤੇ ਗਏ ਨਾ ਘਰੋਂ ਬਾਹਰ ਨਿਕਲੇ ਹਨੇਰੇ 'ਚ ਹੀ ਲੰਮੇ ਪਏ ਆ ਕੋਈ ਆਪਣੀ ਰਿਸਪੌਂਸਿਬਿਲਿਟੀ ਨਹੀਂ ਆਪਣਾ ਨਿਭਾ ਰਹੇ ਕੋਈ ਐਕਟੀਵਿਟੀ ਨਹੀਂ ਕਰ ਰਹੇ ਨਾ ਨਹਾ ਰਹੇ ਹੋ ਨਾ ਬਰਸ਼ ਕਰ ਰਹੇ ਹੋ ਫॉर 2 ਵੀਕਸ ਇਸ ਤਰ੍ਹਾਂ ਦੀ ਵੀ ਸਿਚੁਏਸ਼ਨ ਹੋ ਜਾਂਦੀ ਇਹ ਹੈਗੇ ਜੀ ਮੇਜਰ ਡਿਪਰੈਸਿਵ ਡਿਸਆਰਡਰ ਕਿ ਤੁਸੀਂ ਕੁਛ ਨਹੀਂ ਕਰ ਰਹੇ 2 ਵੀਕਸ ਲਈ ਉਹ ਹੁਣ ਜਿਸ ਇਨਸਾਨ ਨੇ 2 ਵੀਕਸ ਲਈ ਬਰਸ਼ ਨਹੀਂ ਕੀਤਾ ਇਮੈਜਿਨ ਹਾਊ ਕ੍ਰੋਨਿਕ ਇਜ਼ ਦੈਟ ਸੋ ਇਹ ਚੀਜ਼ਾਂ ਬਹੁਤ ਐਡ ਔਨ ਹੁੰਦੀਆਂ ਨੇ ਸਾਨੂੰ ਆਪਣੀ ਬਾਡੀ ਨੂੰ ਲਿਸਨ ਕਰਨਾ ਚਾਹੀਦਾ ਸਾਡਾ ਇਹ ਜਿਹੜੀ ਸੈਡਨੈਸ ਵੀ ਹੈ ਅਸੀਂ ਕਹਿੰਦੇ ਹਾਂ ਕਿ ਜੇ ਸਾਨੂੰ ਕਿਲ ਕਰ ਸਕਦੀ ਹੈ ਸਾਨੂੰ ਸਿਗਨਲ ਦਿੰਦੀ ਹੈ ਸਾਨੂੰ ਇਮੋਸ਼ਨਲ ਸਾਈਨ ਦਿੰਦੀ ਹੈ ਕਿ ਚਿੱਤ ਠੀਕ ਨਹੀਂ ਚਿੱਤ ਚੱਕਿਆ ਹੋਇਆ ਰਾਈਟ ਸਾਨੂੰ ਸਾਈਨ ਦੇ ਰਹੀ ਹੈ ਉਹ ਕਿ ਅਸੀਂ ਉਸ ਚੀਜ਼ ਨੂੰ ਪੁੱਛਦੇ ਹਾਂ ਵੀ ਕੀ ਹੋਈ ਕੀ ਜਾਂਦਾ ਮੈਂ ਕਿਸੇ ਨਾਲ ਗੱਲ ਕਰਨੀ ਚਾਹੀਦੀ ਆ ਪਰ ਸਾਡੀ ਕਮਿਊਨਿਟੀ 'ਚ ਐਜ਼ ਆਈ ਸੈਡ ਅਰਲੀਅਰ ਕਿ ਰੇਜ਼ ਹੀ ਇੱਦਾਂ ਹੋਏ ਆ ਕਿ ਕੁਛ ਨਹੀਂ ਹੁੰਦਾ ਜੀ ਸਭ ਠੀਕ ਹੈ ਅੱਛਾ ਤਨੂ ਸ਼ਰਮਾ ਜੀ ਇਹ ਜਿਹੜੀ ਉਦਾਸੀ ਦੀ ਗੱਲ ਤੁਸੀਂ ਕਰਦੇ ਹੋ ਕਈ ਲੋਕ ਰਿਕਵਰ ਵੀ ਕਹਿੰਦੇ ਹੋ ਜਾਂਦੇ ਆ ਵੈਸੇ ਵੀ ਉਹਨਾਂ ਦੀ ਲਾਈਫ ਕਾਫੀ ਨੋਰਮਲ ਹੁੰਦੀ ਆ ਪਰ ਇੱਕ ਵਾਰੀ ਤੁਹਾਨੂੰ ਇਹ ਉਦਾਸੀ ਦਾ ਆਲਮ ਜਕੜ ਲਵੇ ਜਿਹੜਾ ਤੁਸੀਂ ਡਿਸਆਰਡਰ ਕਰਦੇ ਹੋ ਗਰੀਫ ਦਾ ਫਿਰ ਕਹਿੰਦੇ ਤੁਹਾਨੂੰ ਆਦਤ ਪੈ ਜਾਂਦੀ ਆ ਉਹ ਜਿਹੜੀ ਹਰ ਖੁਸ਼ੀ ਵੀ ਆ ਕੋਈ ਇਕੱਠ ਵੀ ਆ ਕੋਈ ਜੁਬਲੈਂਟ ਕੋਈ ਆਲੇ ਦੁਆਲੇ ਤੁਹਾਡੇ ਮਾਹੌਲ ਬਣਿਆ ਹੋਇਆ ਉਹ 'ਚੋਂ ਵੀ ਤੁਸੀਂ ਉਦਾਸੀ ਲੱਭ ਲੈਣੀ ਆ ਉਦਾਸ ਹੋ ਕੇ ਉੱਠ ਕੇ ਚਲੇ ਜਾਓ ਇਹ ਆਦਤ ਪੈ ਜਾਂਦੀ ਹੈ ਇਹ ਆਦਤ ਪੈ ਜਾਂਦੀ ਹੈ ਜੀ ਕਿਉਂਕਿ ਸੇਮ ਸਿਚੁਏਸ਼ਨਸ ਨੂੰ ਅਸੀਂ ਪਹਿਲਾਂ 2 ਦਿਨ ਹਫਤਾ 3 ਮਹੀਨੇ 6 ਮਹੀਨੇ ਸਾਲ ਅਸੀਂ ਸੇਮ ਸਿਚੁਏਸ਼ਨ 'ਚ ਰਹੇ ਕਿਉਂ ਮਰ ਗਏ ਉਹ ਮੈਂ ਉਹਨਾਂ ਨੂੰ ਮਿਲ ਵੀ ਨਹੀਂ ਪਾਏ ਮੈਂ ਉਹਨਾਂ ਨੂੰ ਦੇਖ ਵੀ ਨਹੀਂ ਪਾਈ ਹਾਏ ਮੈਂ ਉਹਨਾਂ ਦੀ ਕੋਈ ਚੀਜ਼ਾਂ ਵੀ ਨਹੀਂ ਪੂਰੀਆਂ ਕੀਤੀਆਂ ਉਹਨਾਂ ਨੂੰ ਕੁਛ ਦਿਖਾਇਆ ਨਹੀਂ ਇਹ ਸੋਚ ਕੇ ਗੱਲਾਂ ਤੁਸੀਂ ਕਿਸੇ ਨਾਲ ਸ਼ੇਅਰ ਵੀ ਨਹੀਂ ਕਰਦੇ ਔਰ ਸਪੋਜ਼ ਤੁਸੀਂ ਆਪਣੇ ਕਿਸੇ ਸਿਬਲਿੰਗ ਨੂੰ ਲੂਜ਼ ਕੀਤਾ ਐਂਡ ਦੈਨ ਯੂ ਗੋਟ ਅ ਕਾਲ ਕਿ ਫਲਾਣੇ ਕਜ਼ਨ ਦੀ ਮੈਰਿਜ ਹੈ ਤੁਹਾਨੂੰ ਉੱਥੇ ਜਾ ਕੇ ਇਹ ਚਾਹ ਨਹੀਂ ਹੋਣਾ ਕਿ ਚੱਲ ਇਹ ਤਾਂ ਜਿਉਂਦਾ ਲੈਟਸ ਇੰਜੋਏ ਦਿਸ ਪਰਸਨ ਤੁਸੀਂ ਆਪਣੇ ਸਿਬਲਿੰਗ ਨੂੰ ਉੱਥੇ ਅਟੈਚ ਕਰ ਲੈਣਾ ਹਾਏ ਜੇ ਸਾਡਾ ਹੁੰਦਾ ਤਾਂ ਅਸੀਂ ਵੀ ਐਂ ਕਰਨਾ ਸੀ ਇੱਕ ਵਿਅਕਤੀ ਨੇ ਮੈਨੂੰ ਦੱਸਿਆ ਕਹਿੰਦੇ ਵੀ ਅਸੀਂ ਇੱਕ ਘਰ ਦੇ ਵਿੱਚ ਰਹਿੰਦੇ ਹਾਂ ਜਿੱਥੇ ਇੱਕ ਕਮਰਾ ਉਸ ਵਿਛੜੇ ਹੋਏ ਜੀਅ ਦਾ ਸੀ ਅਤੇ ਹੁਣ ਕਹਿੰਦੇ ਅਸੀਂ ਉਹਦੇ ਕਮਰੇ 'ਚ ਜਾਂਦੇ ਨਹੀਂ ਕਿੰਨੇ ਦਿਨ ਕਹਿੰਦੇ ਅਸੀਂ ਜ਼ਿੰਦਗੀ ਦੇ ਵਿੱਚ ਨੋਰਮਲ ਜਿਉਂ ਹੀ ਜਾਂਦੇ ਹਾਂ ਖੁਸ਼ ਰਹਿੰਦੇ ਹਾਂ ਪਰ ਕਦੇ ਮੈਨੂੰ ਉਸ ਕਮਰੇ 'ਚ ਜਾਣਾ ਪੈ ਜਾਂਦਾ ਕਹਿੰਦਾ ਉਸ ਦਿਨ ਹੀ ਫਿਰ ਮੈਨੂੰ ਕਈ ਵਾਰੀ ਛੁੱਟੀ ਲੈਣੀ ਪੈਂਦੀ ਹੈ ਜਾਂ ਮੈਂ 2-3 ਦਿਨ ਫਿਰ ਠੀਕ ਨਹੀਂ ਹੁੰਦਾ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀਆਂ ਚੀਜ਼ਾਂ ਉਹਨਾਂ ਦਾ ਕਮਰਾ ਇਹ ਫਿਰ ਟ੍ਰਿਗਰ ਕਰ ਦਿੰਦਾ ਕਹਿੰਦੇ ਟ੍ਰਿਗਰ ਕਰਦੇ ਜੀ ਇਹ ਐਵਰੀ ਇੰਡੀਵਿਜੂਅਲ ਲਈ ਨਾ ਇਹ ਡਿਫਰੈਂਟ ਹੈ ਕੁਛ ਲੋਕ ਕਹਿੰਦੇ ਨੇ ਅਸੀਂ ਫੋਟੋਆਂ ਵੀ ਹਟਾਤੀਆਂ ਕਰੋ ਅਸੀਂ ਦੇਖਣਾ ਨਹੀਂ ਚਾਹੁੰਦੇ ਵੀ ਇਟਸ ਓਕੇ ਅਸੀਂ ਆਪਣੇ ਕਹਿ ਲਓ ਵੀ ਆਲਟਰ ਬਣਾਇਆ ਹੋਇਆ ਸੀ ਅਸੀਂ ਆਪਣੇ ਆਲਟਰ 'ਚ ਰੱਖਦੀਆਂ ਉਹ ਪਿਕਚਰਸ ਕੁਛ ਕਹਿੰਦੇ ਨੇ ਜੀ ਅਸੀਂ ਕੱਪੜੇ ਵੀ ਰੱਖੇ ਹੋਏ ਨੇ ਸੋ ਐਜ਼ ਆਈ ਸੈਡ ਅਰਲੀਅਰ ਕਿ ਜਿਹੜਾ ਗ੍ਰੀਫ ਹੈ ਨਾ ਇਟਸ ਵੈਰੀ ਨਾਨ ਲੀਨੀਅਰ ਹਰ ਇੱਕ ਬੰਦੇ ਲਈ ਡਿਫਰੈਂਟ ਹੈ ਫਿਰ ਤੁਸੀਂ ਉਹਨਾਂ ਨੂੰ ਕੱਢਦੇ ਕਿਵੇਂ ਹੋ ਹਰ ਇੱਕ ਇਨਸਾਨ ਦੇ ਵਿੱਚ ਇਨ ਬਿਲਟ ਐਬਿਲਿਟੀ ਹੈ ਸਿਰਫ ਉਹਨੂੰ ਫਾਈਂਡ ਆਊਟ ਕਰਨ ਦੇ ਲਈ ਉਹਨਾਂ ਨਾਲ ਗੱਲਬਾਤ ਕਰਨੀ ਪੈਂਦੀ ਹੈ ਕਿ ਵੇਅਰ ਆਰ ਦੇ ਐਗਜ਼ੈਕਟਲੀ ਫੈਸਿਲਿਟੇਟ ਕਰਨਾ ਪੈਂਦਾ ਕਿ ਵੇਅਰ ਆਰ ਦੇ ਐਗਜ਼ੈਕਟਲੀ ਵਟ ਦੇ ਆਰ ਲੁਕਿੰਗ ਫॉर ਵਟ ਐਗਜ਼ੈਕਟਲੀ ਦੇ ਆਰ ਲੁਕਿੰਗ ਫॉर ਸਮਟਾਈਮਸ ਕੀ ਹੁੰਦਾ ਇੱਕ ਛੋਟੀ ਜਿਹੀ ਐਕਟੀਵਿਟੀ ਹੀ ਕਰ ਲਿੱਤੀ ਜਾਵੇ ਜੇ ਉਹਨਾਂ ਦੇ ਨਾਲ ਦੇ ਕਮ ਆਊਟ ਆਫ ਇਟ ਜਿੱਦਾਂ ਮੈਂ ਮੋਸਟਲੀ ਇਫ ਆਈ ਕੈਨ ਸ਼ੇਅਰ ਅ ਲਿਟਲ ਬਿਟ ਹੀਅਰ ਕਿ ਕਿਸੇ ਨੂੰ ਇਹ ਵੀ ਕਹਿ ਦੇਣਾ ਨਾ ਜਿਹੜਾ ਸੈਡ ਨੇ ਆਪਣੇ ਘਰੇ ਆਪਣੀ ਕਮਿਊਨਿਟੀ 'ਚ ਤਾਂ ਬਹੁਤ ਵੂਮਨਸ ਨੇ ਈਵਨ ਮੈਨ ਆਈ ਡੋਨਟ ਵਾਂਟ ਟੂ ਸੇ ਕਿ ਮੈਨ ਨੂੰ ਤਾਂ ਉਹ ਤਾਂ ਬਾਹਲੇ ਔਖੇ ਨੇ ਵਿਚਾਰੇ ਉਹਨਾਂ ਨੂੰ ਤਾਂ ਕਿਹਾ ਜਾਂਦਾ ਤੁਸੀਂ ਤਾਂ ਰੋ ਵੀ ਨਹੀਂ ਸਕਦੇ ਤੁਸੀਂ ਸਟਰੋਂਗ ਹੋ ਤੁਸੀਂ ਨਹੀਂ ਰੋ ਸਕਦੇ ਤੁਹਾਡਾ ਰੋਣਾ ਬਣਦਾ ਹੀ ਨਹੀਂ
ਉਹ ਵਿਚਾਰੇ ਫਿਰ ਡਰਿੰਕ ਕਰਕੇ ਸੌਂ ਜਾਂਦੇ ਆ। ਉਹਨਾਂ ਦੀ ਸੈਡਨੈਸ ਉਹ ਡਰਿੰਕ ਉਸ ਤੋਂ ਵੀ ਜ਼ਿਆਦਾ ਲੈ ਜਾਂਦੀ ਹੈ। ਉਹ ਵਿਚਾਰੇ ਪਹਿਲਾਂ ਹੀ ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਕਿਸੇ ਨੇ ਲਿਸਨ ਹੀ ਨਹੀਂ ਕੀਤਾ। ਰਾਈਟ, ਜਿੱਦਾਂ ਜੇ ਕੋਈ ਐਕਟੀਵਿਟੀ ਮੈਂ ਯੂਜਲੀ ਪ੍ਰੈਫਰ ਕਰਦੀ ਹੁੰਦੀ ਹਾਂ ਕਿ ਆਸਕ ਦਾ ਕਲਾਇੰਟ ਕਿ ਤੁਸੀਂ ਕੀ ਲਾਈਕ ਕਰਦੇ ਹੋ ਕਰਨਾ। ਕੁਛ ਤਾਂ ਕਹਿੰਦੇ ਨੇ ਮੈਨੂੰ ਤਾਂ ਕੁਛ ਵੀ ਨਹੀਂ ਪਤਾ, ਪਤਾ ਨਹੀਂ। ਰਾਈਟ, ਉਹ ਚੀਜ਼ਾਂ ਨੇ ਹਾਵੀ ਹੋ ਗਈਆਂ ਤੁਹਾਡੇ 'ਤੇ, ਤੁਹਾਡਾ ਦਿਮਾਗ ਵੀ ਨਹੀਂ ਚੱਲ ਰਿਹਾ, ਤੁਹਾਨੂੰ ਪਤਾ ਹੀ ਨਹੀਂ। ਬਸ ਠੀਕ ਹੈ, ਰੋਜ਼ਮर्रा ਦੀ ਜ਼ਿੰਦਗੀ ਜੀ ਜਾਂਦੇ ਹਾਂ, ਗੱਡੀ ਚੱਕ ਕੇ ਚੱਲ ਜਾਂਦੇ ਹਾਂ, ਕੰਮ ਕਰਿਆ ਆਉਂਦੇ ਹਾਂ, ਬਸ ਠੀਕ ਹੈ। ਰਾਈਟ, ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਜਦੋਂ ਬਚਪਨ 'ਚ ਸੀ ਨਾ, ਬਚਪਨ 'ਚ ਕਿਹੜੀਆਂ ਐਕਟੀਵਿਟੀਜ਼ ਪਸੰਦ ਸੀਗੀਆਂ, ਯਾਦ ਕਰ ਲਓ। ਗ੍ਰੇਡ 4 ਦੀ, ਗ੍ਰੇਡ 5 ਦੀ, ਗ੍ਰੇਡ 8 ਦੀ, ਗ੍ਰੇਡ 10 ਦੀ ਕੀ ਪਸੰਦ ਸੀ। ਸਮ ਪੀਪਲ ਕਮ ਅਪ ਵਿਦ ਮੈਨੂੰ ਡਰਾਇੰਗ ਪਸੰਦ ਸੀ। ਸਮ ਓਲਡ ਲੇਡੀਜ਼ ਆਈ ਵਰਕ ਵਿਦ ਦੈਮ, ਦੇ ਸੇ ਮੈਨੂੰ ਕਢਾਈ ਬਹੁਤ ਪਸੰਦ ਸੀ। ਵੀ ਇੰਟਰੋਡਿਊਸ ਦੋਜ਼ ਥਿੰਗ। ਇਟ ਟੇਕਸ ਟਾਈਮ, ਇਟ ਟੇਕਸ ਟਾਈਮ। ਇਟਸ ਨੋਟ ਲਾਈਕ ਅੱਜ ਮੈਂ ਕਹਿ ਦਾਂ ਅਤੇ ਕੱਲ੍ਹ ਉਹਨੇ ਕਹਿਣਾ ਹਾਂਜੀ ਅਸੀਂ ਠੀਕ ਹੋ ਗਏ। ਕੱਢ ਲੈਂਦੇ ਹੋ ਗ੍ਰੀਫ 'ਚੋਂ? ਕੱਢ ਲੈਂਦੇ ਹਾਂ ਜੀ। ਦੇਰ ਆਰ ਸੋ ਮੈਨੀ ਪੀਪਲ and so many ways to do that. ਬਾਕੀ in the end I would just say ਕਿ ਜੇ ਤੁਹਾਡੇ ਕੋਲ ਰਾਈਟ ਸਪੋਰਟ ਸਿਸਟਮ ਹੈ, ਤੁਹਾਡੇ ਕੋਲ ਰਾਈਟ ਕਨੈਕਸ਼ਨਸ ਨੇ, ਤੁਸੀਂ ਟਰਾਈ ਕਰ ਸਕਦੇ ਹੋ ਆਪਣੇ ਆਪ ਨੂੰ ਇਹਨਾਂ ਚੀਜ਼ਾਂ 'ਚੋਂ ਕੱਢਣਾ। ਕਿਉਂਕਿ ਇਹ ਨਾਟ ਐਂਡ ਆਫ ਦ ਵਰਲਡ, ਇਹਨਾਂ ਚੀਜ਼ਾਂ 'ਚੋਂ ਨਿਕਲਿਆ ਜਾ ਸਕਦਾ। ਪਰ ਜਿਹੜੇ ਨਹੀਂ ਨਿਕਲਦੇ ਉਹ ਸੱਚੀ ਮੌਤ ਹੋ ਜਾਂਦੀ। ਯੈਸ, ਅਣਾਈ ਮੌਤ ਇਵੈਂਚੁਅਲੀ। ਕਿਉਂਕਿ ਸੈਡਨੈਸ ਇੰਨੀ ਜ਼ਿਆਦਾ ਸੀ, ਦਿਲ ਇੰਨਾ ਭਾਰਾ ਰਹਿੰਦਾ ਸੀ ਆਲ ਦਾ ਟਾਈਮ, ਜੀ ਨਹੀਂ ਸੀ ਕਰਦਾ ਕਿਸੇ ਨਾਲ ਗੱਲ ਕਰਨ ਨੂੰ। ਸਿਸਟਮ ਬਿਲਕੁਲ ਸ਼ਟ ਡਾਊਨ ਹੋ ਗਿਆ। ਔਰ ਉਹਨਾਂ ਨੂੰ ਦਵਾਈਆਂ ਦੇ ਦੇ ਕੇ ਅਸੀਂ ਆਪਣਾ ਦਿਮਾਗ ਵੀ ਇੰਨਾ ਅਪਸੈਟ ਕਰ ਲਿਆ, ਦੈਨ ਡਿਸਆਰਡਰਸ ਲੱਗ ਜਾਂਦੇ ਨੇ ਜੀ। ਐਜ਼ ਆਈ ਇਨ ਅ ਫਨੀ ਵੇ ਆਈ ਆਲਵੇਜ਼ ਸੇ ਕਿ ਉਹ ਆਪਣੇ ਹੋਰ ਭੈਣ ਭਰਾਵਾਂ ਨੂੰ ਸੱਦ ਲੈਂਦੇ ਨੇ ਵੀ ਆਹ ਬੋਡੀ ਖਾਲੀ ਆ, ਇਹਦੇ 'ਚ ਆ ਜਾ। ਇਹਨੇ ਤਾਂ ਆਪਣੀ ਸੈਡਨੈਸ ਵੀ ਨਹੀਂ ਛੱਡੀ ਹਜੇ ਤੱਕ, ਡਿਪਰੈਸ਼ਨ ਤੂੰ ਵੀ ਆ ਜਾ, ਬਾਕੀ ਸਾਰੇ ਜਿਹੜੇ ਮੇਜਰ ਡਿਸਆਰਡਰਸ ਨੇ ਤੁਸੀਂ ਵੀ ਆ ਜਾਓ। ਕਿਉਂਕਿ ਇਹਨੇ ਤਾਂ ਹਜੇ ਪਹਿਲੀ ਚੀਜ਼ ਨੂੰ ਹੀ ਨਹੀਂ ਛੱਡਿਆ। ਉਹ ਸਾਰੇ ਘਰ ਕਰ ਲੈਂਦੇ ਆ, ਫਿਰ ਉਹ ਘਰ ਪਾ ਲੈਂਦੇ ਆ ਉਹਦੇ ਵਿੱਚ। ਜਿਹੜੇ ਟੀਨਏਜਰ ਜਾਂ ਇਸ ਤੋਂ ਵੱਡੀ ਉਮਰ ਦੇ 20-22 ਸਾਲ ਦੇ ਮੁੰਡੇ ਕੁੜੀਆਂ ਨੇ, ਉਹਨਾਂ ਦੇ ਆਪਣੇ ਜਿਹੜੇ ਰਿਲੇਸ਼ਨਸ਼ਿਪ ਨੇ ਕਈ ਵਾਰੀ ਖ਼ਰਾਬ ਹੋ ਜਾਂਦੇ ਆ। ਔਰ ਕਈ ਪੇਰੈਂਟਸ ਨੇ, ਇੱਕ ਫਾਦਰ ਮੈਨੂੰ ਕਹਿੰਦਾ ਮੇਰਾ ਮੁੰਡਾ ਬੇਸਮੈਂਟ 'ਚੋਂ ਨਹੀਂ ਨਿਕਲਦਾ। ਮੈਂ ਕੀ ਗੱਲ ਹੋ ਗਈ? ਕਹਿੰਦਾ ਬਸ ਉਹਦੀ ਕਹਿੰਦਾ ਬ੍ਰੇਕਅਪ ਹੋ ਗਈ, ਉਸ ਤੋਂ ਬਾਅਦ ਮੁੜ ਕੇ ਤਾਬ ਨਹੀਂ ਆ ਰਿਹਾ, ਮੇਰੇ ਬਾਹਰ 'ਚੋਂ ਸ਼ਰਾਬ ਪੀ ਜਾਂਦਾ, ਮੈਂ ਤਕੜਾ ਬਹੁਤ ਆ ਅਤੇ ਮੈਂ ਡਰਦਾ ਉਹਨੂੰ ਕੁਝ ਕਹਿੰਦਾ ਨਹੀਂ, ਮੈਨੂੰ ਧੱਕੇ ਧੁੱਕੇ ਨਾ ਮਾਰੇ। ਇਹ ਸਿਚੁਏਸ਼ਨ ਦੇ ਵਿੱਚ ਰਿਲੇਸ਼ਨਸ਼ਿਪ ਦਾ ਟੁੱਟਣਾ, ਟੀਨਏਜਰ ਮੁੰਡੇ ਕੁੜੀਆਂ, ਮੈਂ ਤਾਂ ਸਮਝਦਾ ਵੀ ਇਹ ਮੁੰਡੇ ਕੁੜੀਆਂ ਨੂੰ ਬਹੁਤੀ ਪਰਵਾਹ ਨਹੀਂ ਇਹਨਾਂ ਨੂੰ ਹੈ। ਬਿਲਕੁਲ ਜੀ, ਮੈਂ ਇਹ ਸੋਚਦੀ ਹਾਂ ਕਿ ਪਰਵਾਹ ਤਾਂ ਹੈ, ਪਰ ਪਰਵਾਹ ਤੁਸੀਂ ਕਹਿ ਲਓ ਵੀ ਡਿਪੈਂਡ ਕਰਦਾ ਹੈ ਕਿ ਰਿਲੇਸ਼ਨਸ਼ਿਪ ਕਿੰਨਾ ਕੁ ਲੌਂਗ ਸੀਗਾ। ਰਾਈਟ, ਹੁਣ ਕਿਸੇ ਦਾ ਜਸਟ ਫਲਰਟਿੰਗ ਸੀਗੀ ਫॉर few weeks ਐਂਡ ਰਿਲੇਸ਼ਨਸ਼ਿਪ ਟੁੱਟ ਗਈ, ਇਟਸ ਓਕੇ whatever, I'll find another one. ਠੀਕ ਹੈ ਜੀ। somebody was in a relationship for say 2 years and they were all committed to, they were engaged and they were committed to get married ਚਲੋ next year, preparations are going on, ਸਾਰਾ ਕੁਛ ਵਧੀਆ ਚੱਲ ਰਿਹਾ। all of a sudden ਕੁੜੀ ਨੇ ਕੁਛ ਮੁੰਡੇ ਦੇ ਫੋਨ 'ਚ ਦੇਖ ਲਿਆ, ਮੁੰਡੇ ਨੇ ਕੁੜੀ ਨੂੰ ਕਿਤੇ ਹੋਰ ਦੇਖ ਲਿਆ, maybe a misunderstanding or anything, it could be anything, ਰਿਸ਼ਤਾ ਟੁੱਟ ਗਿਆ ਜੀ। ਉਹਦਾ ਇੰਪੈਕਟ ਜੇ ਮੈਂ ਕਹਾਂ ਕਿ ਇਕੱਲੀ ਕੁੜੀ 'ਤੇ ਹੋਊਗਾ, ਇਟਸ ਗੋਨਾ ਬੀ ਰੋਂਗ, ਮੁੰਡੇ 'ਤੇ ਵੀ ਓਨਾ ਹੀ ਪੈਣਾ ਜੀ। ਐਂਡ ਦੇ ਆਰ ਵੈਰੀ ਯੰਗ, ਔਰ ਉਹ ਚੀਜ਼ ਦਾ ਇੰਪੈਕਟ ਉਹਦੇ 'ਤੇ ਅਗਰ ਉਸ ਚੀਜ਼ ਨੂੰ ਲੁੱਕ ਆਫਟਰ ਨਾ ਕਰਨ, ਗੋਨਾ ਬੀ ਵੈਰੀ ਬਿਗ ਔਨ ਦੇਅਰ ਹੈਲਥ। ਜਿਹੜੀ ਇਹ ਸੈਡਨੈਸ ਵੀ ਹੈ, ਇੱਕ ਕਾਈਂਡ ਆਫ ਸਾਡੇ ਵਿੱਚ ਨਾ ਇਮੋਸ਼ਨ ਰਿਲੀਜ਼ ਕਰਦੀ ਹੈ, ਇੱਕ ਹਿਊਮਨ ਇਮੋਸ਼ਨ ਹੈ ਇਹ। ਇਹਨੂੰ ਜੇ ਮੈਂ ਕੱਢਣਾ ਹੀ ਨਹੀਂ ਬਾਹਰ, ਹੁਣ ਉਹ ਤੁਸੀਂ ਐਗਜ਼ਾਮਪਲ ਦਿੱਤੀ ਉਹ ਬੱਚੇ ਦੀ, ਉਹ ਡਰਿੰਕ ਪੀ ਜਾ ਰਿਹਾ, ਉਹਨੂੰ ਕੋਈ ਜਾ ਕੇ ਥੋੜ੍ਹੀ ਪੁੱਛ ਰਿਹਾ ਵੀ ਓਕੇ ਚੱਲ ਹੋ ਗਿਆ ਹੁਣ ਤਾਂ ਜੋ ਹੋਣਾ ਸੀ, ਹੁਣ ਅੱਗੇ ਕੀ ਕਰਨਾ ਆਪਾਂ। ਰਾਈਟ, ਸਾਡੀ ਕਮਿਊਨਿਟੀ ਦੀ ਇਹ ਪ੍ਰੋਬਲਮ ਆ, ਅਸੀਂ ਬੱਚਿਆਂ ਨਾਲ ਗੱਲ ਨਹੀਂ ਕਰਨਾ ਮੰਗਦੇ ਕਿ ਓਕੇ ਪੁੱਤ ਇਟਸ ਓਕੇ, ਇਟ ਹੈਪਨ, ਹੁਣ ਆਪਾਂ ਲੈਟਸ ਸੀ ਦ ਫਿਊਚਰ, ਲੈਟਸ ਸੀ ਕੀ ਕਰੀਏ ਅੱਗੇ। ਕੁੜੀ ਹੈ, ਕੁੜੀ ਨੂੰ ਇਹ ਕਹਿ ਦਿੱਤਾ ਜਾਂਦਾ ਹੁਣ ਤੂੰ ਹੋਰ ਪੰਗੇ ਨਾ ਪਾ ਲਈ। ਠੀਕ ਆ, ਉਹ ਇਵੈਂਚੁਅਲੀ ਉਹ ਵਿਆਹ ਕਰਾਉਣ ਤੋਂ ਹੀ ਮਨਾ ਕਰ ਦਿੰਦੇ, ਉਹ ਕਹਿੰਦੇ ਜਾਓ ਤੁਸੀਂ, ਮੈਂ ਵਿਆਹ ਹੀ ਨਹੀਂ ਕਰਾਉਣਾ। ਇਸ ਤਰ੍ਹਾਂ ਦੇ ਵੀ ਹੈਗੇ ਉਹ ਬੱਚੇ ਕਹਿੰਦੇ, ਉਹ ਫਿਰ ਘਬਰਾ ਜਾਂਦੇ ਨੇ, ਉਹ ਨਿਊ ਰਿਲੇਸ਼ਨਸ਼ਿਪ ਨਹੀਂ ਬਣਾਉਂਦੇ, ਏਜ ਵੱਧਦੀ ਜਾਂਦੀ ਆ, ਐਂਡ ਦੈਨ ਦੇ ਪ੍ਰੋਬਬਲੀ ਵਿਲ ਨਾਟ ਬੀਇੰਗ ਲਾਈਕ ਉਹ ਪੇਰੈਂਟਸ ਵੀ ਨਹੀਂ ਬਣ ਸਕਦੇ। ਬੋਡੀ ਦੇ ਉੱਤੇ ਇੰਨੀ ਸਟਰੈਸ ਹੈਵੀ ਹੋ ਜਾਣੀ ਹੈ, ਯੰਗ ਏਜ ਦੇ ਵਿੱਚ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ, ਦੇ ਕੈਨ ਨਾਟ ਕਨਸੀਵ।
ਕਨਸੈਂਟਰੇਸ਼ਨ ਪਾਵਰ, ਵਲ ਸਾਡੇ ਟੈਕਨੋਲੋਜੀ ਵਰਲਡ ਨੇ ਸਾਨੂੰ ਪਹਿਲਾਂ ਹੀ ਔਖਾ ਕਰਤਾ ਸ਼ਾਰਟਸ YouTube ਤੇ ਦਿਖਾ ਕੇ ਕਿ ਸਾਡਾ ਬ੍ਰੇਨ ਕਹਿੰਦਾ ਵੀ ਬਸ ਇੰਨੇ ਕੁ ਸਕਿੰਟ ਦੀ ਹੋਣੀ ਚਾਹੀਦੀ ਹੈ, ਇਹ ਤੋਂ ਵੱਧ ਨਹੀਂ, ਇਹ ਤੋਂ ਵੱਧ ਨਹੀਂ ਅਸੀਂ ਮੈਨੇਜ ਕਰ ਸਕਦੇ। ਦੈਟਸ ਰਾਈਟ। ਰਾਈਟ, ਉਹ ਚੀਜ਼ਾਂ ਇਹ ਯੰਗ ਬੱਚਿਆਂ 'ਤੇ ਬਹੁਤ ਇੰਪੈਕਟ ਕਰ ਰਹੀਆਂ ਨੇ ਜੀ। ਇਹ ਕਹਿੰਦੇ ਨੇ ਵੀ ਜਾਂ ਤਾਂ ਮੇਰੇ ਹਿਸਾਬ ਨਾਲ ਚੱਲੇ ਕੰਮ, ਨਹੀਂ ਤਾਂ ਫਿਰ ਬਸ ਠੀਕ ਆ, ਨਹੀਂ ਤਾਂ ਅਸੀਂ ਕਰਨਾ ਹੀ ਨਹੀਂ। ਵੈਲ ਥੈਂਕ ਯੂ ਸੋ ਵੈਰੀ ਮਚ, ਤੁਸੀਂ ਬਹੁਤ ਅੱਛੀਆਂ ਗੱਲਾਂ ਦੱਸੀਆਂ ਨੇ ਤੇ ਅਖੀਰ 'ਚ ਤੁਸੀਂ ਕੀ ਕਹਿਣਾ ਚਾਹੋਗੇ? Well, first of all, thank you so much for having me, Ji. Thank I you. love the invite, and the topic for today was very important for our community, and I hope I was able to clear the information, whatever, yes. right? And if anybody wants to connect with me, they can. ਤੁਹਾਡਾ ਟੈਲੀਫੋਨ ਨੰਬਰ ਕੀ ਹੈ ਜੀ? Yeah, 604-992-1045, and it's Clarity and Wellness Counseling. And asking, I just want to add one thing in the last ਕਿ ਜੀ ਸਾਡੀ ਕਮਿਊਨਿਟੀ ਦੇ ਵਿੱਚ ਨਾ ਆਸਕਿੰਗ ਫॉर ਹੈਲਪ ਨੂੰ ਵੀਕਨੈਸ ਮੰਨਿਆ ਜਾਂਦਾ। ਹਾਏ ਹੁਣ ਮੈਨੂੰ ਫੋਨ ਕਰੂ, ਇਹ ਮੈਨੂੰ ਜੱਜ ਕਰੂਗੇ, ਰਾਈਟ? ਛੱਡ ਪਰੇ, ਲੋੜ ਨਹੀਂ, ਰਹਿਣ ਦਿਓ, ਦੇਖਦੇ ਹਾਂ, ਆਪੇ ਟਰਾਈ ਕਰਕੇ ਦੇਖਦੇ ਹਾਂ। ਮੈਂ ਤਾਂ ਇਹ ਵੀ ਕਈ ਜਣਿਆਂ ਨੂੰ ਕਹਿੰਦੀ ਕਿ ਜੇ ਤੁਸੀਂ ਆਪ ਵੀ ਟਰਾਈ ਕਰਨਾ ਨਾ, ਟਰਾਈ ਇਟ, ਗਿਵ ਇਟ ਅ ਟਰਾਈ। ਆਪਣੇ ਆਪ ਨੂੰ ਟਾਈਮ ਦਿਓ ਕਿ ਮੈਂ 3 ਹਫ਼ਤੇ ਆਪਣੇ ਆਪ ਨੂੰ ਦੇਣਾ ਕਿ ਲੈਟਸ ਸੀ ਇਫ ਆਈ ਕੈਨ ਸੀ ਅ ਡਿਫਰੈਂਸ। ਇਫ ਯੂ ਕੈਨ ਨਾਟ, ਦੇਰ ਇਜ਼ ਅ ਪ੍ਰੋਬਲਮ। you need a support system ਜਿਹੜਾ ਤੁਸੀਂ ਆਪ ਕ੍ਰੀਏਟ ਕਰਨਾ। ਇਸ ਕੰਟਰੀ 'ਚ ਆ ਕੇ ਪੈਸੇ ਕਮਾ ਕੇ ਫਾਈਨੈਂਸ਼ਲੀ ਸਟਰੋਂਗ ਬਣ ਕੇ ਜੇ ਅਸੀਂ ਆਪਣੀ ਹੈਲਥ ਦੀ ਕੇਅਰ ਨਹੀਂ ਕਰ ਰਹੇ, ਉਹਦਾ ਫਿਰ ਕੋਈ ਫਾਇਦਾ ਹੀ ਨਹੀਂ ਹੈ। ਮੈਂਟਲ ਹੈਲਥ ਪਰਟੀਕੂਲਰਲੀ ਵੈਰੀ ਇੰਪੋਰਟੈਂਟ। ਤਨੂ ਸ਼ਰਮਾ ਜੀ, ਥੈਂਕ ਯੂ। ਇਹਨਾਂ ਦਾ ਨੰਬਰ ਨੋਟ ਕਰ ਲੈਣਾ, 604-992-1045, 604-992-1045. Thank you. Thank you, Mr. Then. Thank you so much.